ਨਾਨਕ ਪਰਸ਼ੋਤਮੰ ਪਰਮ ਪਰਾਵਰ ਨਾਥ। ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ। ਸ਼੍ਰੀ ਗੁਰੂ ਹਰਗੋਬਿੰਦ ਸੁਭ ਸਮਤ ਪ੍ਰਕਾਸ਼ਕ। ਗੁਰੂ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ। ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਖੜਗ ਕੇਤ ਮੈਂ ਸਰਣ ਤਿਹਾਰੀ। ਆਪ ਹਾਥ ਦੇ ਲੇਹੋ ਉਬਾਰੀ। ਸਰਬ ਠਾਰ ਮੋਹ ਹੋ ਸਹਾਈ। ਦੁਸ਼ਟ ਦੋਖ ਤੇ ਲਿਹੋ ਬਚਾਈ। ਨਮਸਕਾਰ ਸ੍ਰੀ ਖੜਗ ਕੋ ਕਰੋ ਸੋਹਿਤ ਚਿਤ ਲਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਗੁਰੂ ਬਚਨ ਪਾਲਿਓ ਨਹੀਂ ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ। ਲਾਜ ਤੋਹੇ ਨਿਰੰਕਾਰ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਵਾਹਿਗੁਰੂ ਸਾਹਿਬ ਜੀ ਮਿਲੇ ਆਪਸ ਮੇ ਸੁਜਸ ਉਚਾਰੈ। ਧਰ ਸ਼ਰਧਾ ਗੁਰ ਦਰਸ ਨਿਹਾਰੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ
ਚਵਰ ਤਖਤ ਛਤਰ ਸਿੰਘਾਸਣ ਦੇ ਮਾਲਿਕ, ਗਰੀਬ ਨਿਵਾਜ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ। ਸਤ ਸੰਗਤ ਦੀਆਂ ਘੜੀਆਂ ਮਹਾਰਾਜ ਜੀਆਂ ਨੇ ਬਖਸ਼ੀਆਂ ਹਨ। ਹਜੂਰ ਵਿਸ਼ੇਸ਼ ਕਰਕੇ ਪ੍ਰਸੰਨ ਹੋਏ ਹਨ। ਆਪ ਸਰਬੱਤ ਸੰਗਤਾਂ ਆਪਣੇ ਅਮੁੱਲਕ ਸਵਾਸ ਸਤਿਗੁਰਾਂ ਜੀਆਂ ਦੀ ਗੋਦ ਵਿੱਚ ਸਫਲ ਕਰ ਰਹੇ ਹੋ। ਅੱਜ ਸਾਧ ਸੰਗਤ ਜੀ ਸਿੰਘ ਸਾਹਿਬ ਸ਼ਹੀਦ ਭਾਈ ਮਣੀ ਸਿੰਘ ਜੀਆਂ ਦਾ ਸ਼ਹੀਦੀ ਦਿਹਾੜਾ ਹੈ ਤੇ ਨਾਲ ਹੀ ਸਿੱਖ ਜਗਤ ਵਿੱਚ ਅੱਜ ਦੇ ਦਿਨ ਮੀਰੀ ਪੀਰੀ ਦਿਵਸ, ਜਿਸ ਨੂੰ ਸ਼ਸਤਰ ਧਾਰਨ ਦਿਵਸ ਨਾਲ ਵੀ ਯਾਦ ਕਰਦੇ ਹਨ, ਸਿੱਖਾਂ ਵਿੱਚ ਮਨਾਇਆ ਜਾ ਰਿਹਾ ਹੈ। ਆਓ ਸਾਧ ਸੰਗਤ ਜੀ, ਸਿੰਘ ਸਾਹਿਬ ਗਿਆਨੀ ਮਣੀ ਸਿੰਘ ਜੀ ਐਸੀ ਸਾਧ ਸੰਗਤ ਜੀ ਪ੍ਰੇਮ ਦੀ ਮੂਰਤ ਹਨ। ਕਹਿੰਦੇ ਹਨ, ਜੇ ਸੁਖ ਦੇਹ ਤਾਂ ਤੁਝ ਹੈ ਅਰਾਧੀ, ਦੁਖ ਭੀ ਤੁਝ ਹੈ ਧਿਆਈ, ਜੇ ਭੁਖ ਦੇਹ ਤਾਂ ਇਤ ਹੀ ਰਾਜਾ, ਦੁਖ ਵਿੱਚ ਸੁਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ ਦੇ ਮੁੱਖ ਵਾਕ ਜਿਨ੍ਹਾਂ ਨੇ ਆਪਣੇ ਸਰੀਰ ਤੇ ਸੱਤ ਕਰ ਦਿੱਤੇ ਹਨ, ਜਿਨ੍ਹਾਂ ਦਾ ਇੱਕ ਇੱਕ ਅੰਗ ਦਾ ਟੁਕੜਾ ਕੱਟ ਦਿੱਤਾ ਗਿਆ ਹੈ, ਫਿਰ ਵੀ ਕੱਲੇ ਕੱਲੇ ਰੋਮ ਦੇ ਵਿੱਚੋਂ ਸ੍ਰੀ ਸੁਖਮਣੀ ਸਾਹਿਬ ਜੀਆਂ ਦੀ ਗੁਰਬਾਣੀ ਦੀ ਆਵਾਜ਼ ਆਉਂਦੀ ਹੈ। ਭਾਈ ਮਣੀ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਪਾਸ ਜਿਸ ਸਮੇਂ ਹਜੂਰ ਨੇ ਦਮਦਮਾ ਸਾਹਿਬ ਵਿਖੇ ਮਹਾਰਾਜ ਜੀਆਂ ਦੀ ਅੰਮ੍ਰਿਤ ਗੁਰਬਾਣੀ ਦੀ ਰਚਨਾ ਕੀਤੀ ਹੈ, ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਹਜੂਰ ਨੇ ਆਪਣੇ ਮੁਖ ਤੋਂ 20 ਆਸਣ ਲਾ ਕੇ ਮਹਾਰਾਜ ਜੀਆਂ ਨੇ ਬਾਣੀ ਉਚਾਰੀ ਹੈ। ਭਾਈ ਮਣੀ ਸਿੰਘ ਜੀਆਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਹਜੂਰ ਨੇ ਕਿਰਪਾ ਕੀਤੀ ਹੈ। ਆਪ ਭਾਈ ਮਣੀ ਸਿੰਘ ਜੀਆਂ ਨੇ ਆਪਣੇ ਕਰ ਕਮਲਾਂ ਦੇ ਨਾਲ ਸਾਧ ਸੰਗਤ ਜੀ ਹਜੂਰ ਦੀ ਅੰਮ੍ਰਿਤ ਗੁਰਬਾਣੀ ਲਿਖੀ ਹੈ। ਮਹਾਰਾਜ ਜੀ ਫਰਮਾਉਂਦੇ ਹਨ, ਹੱਥ ਤਾ ਪਰ ਸਕਿਆਥ, ਹੱਥ ਲੱਗਾ ਹੈ ਗੁਰ ਅਮਰ ਪੈ, ਉਹ ਹੱਥ ਸਫਲ ਹਨ ਜਿਹੜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੂੰ ਗੁਰਸਿੱਖ ਸੁਹਾਉਂਦੇ ਹਨ। ਐਸੇ ਭਾਈ ਮਣੀ ਸਿੰਘ ਜੀ ਫਿਰ ਹਜੂਰ ਨੇ ਸਾਧ ਸੰਗਤ ਜੀ ਪਹਿਲੇ ਪੈਰ ਮਹਾਰਾਜ ਜੀਆਂ ਨੇ ਬਾਣੀ ਉਚਾਰਨੀ, ਦੂਜੇ ਪੈਰ ਹਜੂਰ ਆਪ ਕਥਾ ਕਰਿਆ ਕਰਦੇ ਸਨ। 48 ਸਿੰਘ ਜਿਨ੍ਹਾਂ ਨੇ ਕਥਾ ਸਰਵਣ ਕੀਤੀ ਹੈ, ਦਮਦਮਾ ਸਾਹਿਬ ਜੀਆਂ ਦੀ ਧਰਤੀ ਤੇ ਉੱਥੇ ਨਾਮ ਲਿਖੇ ਹੋਏ ਹਨ। ਬਧੇ ਮੁਕਤ ਭਾਵ ਹਜੂਰ ਨੇ ਬਧੇ ਮੁਕਤੀ ਬਖਸ਼ੀ ਹੈ। ਉਸ ਸਮੇਂ ਬਾਬਾ ਦੀਪ ਸਿੰਘ ਤੇ ਭਾਈ ਮਣੀ ਸਿੰਘ ਜੀਆਂ ਨੂੰ ਹਜੂਰ ਨੇ ਕਿਹਾ ਸੀ, ਤੁਹਾਡੇ ਤਨ ਤੋਂ ਵਿਸ਼ੇਸ਼ ਸੇਵਾਵਾਂ ਲੈਣੀਆਂ ਹਨ। ਭਾਈ ਮਣੀ ਸਿੰਘ ਜੀ, ਬੰਦ ਬੰਦ ਛੁੱਟ ਜਾਵੇਗਾ ਪਰ ਤੁਹਾਡੇ ਗਿਆਨ ਵਿੱਚ ਕੋਈ ਫਰਕ ਨਹੀਂ ਪਵੇਗਾ। ਬਾਬਾ ਦੀਪ ਸਿੰਘ ਜੀਆਂ ਨੂੰ ਆਖਿਆ ਸੀ, ਸੀਸ ਧੜ ਤੋਂ ਅਲੱਗ ਹੋ ਜਾਵੇਗਾ ਪਰ ਤੁਹਾਡੇ ਰਸ ਵਿੱਚ ਨਹੀਂ ਫਰਕ ਪਵੇਗਾ। ਐਸੇ ਹਜੂਰ ਨੇ ਬਚਨ ਕਹੇ ਹਨ। ਥਾਵਾਂ ਥਾਵਾਂ ਤੇ ਸਾਧ ਸੰਗਤ ਜੀ ਜਿਸ ਸਮੇਂ ਹਜੂਰ ਤਖਤ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਨਾਂਦੇੜ ਜੀਆਂ ਦੀ ਧਰਤੀ ਤੋਂ ਮਹਾਰਾਜ ਜੀ ਜੋਤੀ ਜੋਤ ਸਮਾਉਣ ਲੱਗੇ ਹਨ, ਹਜੂਰ ਨੇ ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜੀਆਂ ਨੂੰ ਦਮਦਮਾ ਸਾਹਿਬ ਜੀਆਂ ਦੀ ਧਰਤੀ ਤੇ ਭੇਜਿਆ ਹੈ ਸੇਵਾਵਾਂ ਨਿਭਾਉਣ ਵਾਸਤੇ, ਫਿਰ ਸਾਧ ਸੰਗਤ ਜੀ ਧੰਨ ਬਾਬਾ ਗੁਰਬਖਸ਼ ਸਿੰਘ ਜੀਆਂ ਨੂੰ ਆਨੰਦਪੁਰ ਸਾਹਿਬ ਵਿਖੇ ਭੇਜਿਆ ਹੈ। ਫਿਰ ਭਾਈ ਮਣੀ ਸਿੰਘ ਜੀਆਂ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਜੀਆਂ ਦੀ ਸੇਵਾ ਲਈ ਭੇਜਿਆ ਹੈ। ਜਿਸ ਸਮੇਂ ਸਾਧ ਸੰਗਤ ਜੀ ਕੌਮ ਭਾਈ ਮਣੀ ਸਿੰਘ ਜੀਆਂ ਦੇ ਦੁਆਰਾ ਮੁਖ ਤੋਂ ਨਿਕਲੇ ਹੋਏ ਬਚਨਾਂ ਤੇ ਆਪਣਾ ਸੀਸ ਤੱਕ ਭੇਟ ਕਰ ਦਿੰਦੀ ਸੀ, ਜਿਸ ਸਮੇਂ ਪੰਥ ਦੇ ਵਿੱਚ ਕਈ ਜਿਸ ਤਰ੍ਹਾਂ ਬੰਦਈ ਖਾਲਸਾ ਤੇ ਤਤ ਖਾਲਸਾ ਦਾ ਜ਼ਿਕਰ ਆਉਂਦਾ ਹੈ, ਜਿਹੜਾ ਸਾਧ ਸੰਗਤ ਜੀ ਬੰਦਈ ਖਾਲਸਾ ਨੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਨੇ ਦਰਸ਼ਨੀ ਫਤਿਹ ਕਰ ਦਿੱਤੀ ਸੀ। ਗੁਰੂ ਫਤਿਹ ਦੀ ਥਾਂ
ਹੁਕਮਨਾਮਾ ਸਾਹਿਬ ਵੀ ਮਿਲਦਾ ਹੈ ਲਿਖਿਆ ਹੋਇਆ, ਜਿਸ ਤੇ ਦਰਸ਼ਨੀ ਫਤਿਹ ਆਉਂਦੀ ਹੈ। ਪੰਥ ਦਾ ਝਗੜਾ ਧੰਨ ਭਾਈ ਮਣੀ ਸਿੰਘ ਜੀਆਂ ਨੇ ਜਿਸ ਸਮੇਂ ਦਰਬਾਰ ਸਾਹਿਬ ਵਿਖੇ 2 ਪਰਚੀਆਂ, ਇੱਕ ਤੇ ਗੁਰੂ ਫਤਿਹ, ਇੱਕ ਤੇ ਦਰਸ਼ਨੀ ਫਤਿਹ ਲਿਖ ਕੇ ਪੱਥਰ ਬੰਨ੍ਹ ਕੇ ਜਿਸ ਸਮੇਂ ਆਖਿਆ ਸੀ, ਅਰਦਾਸ ਕੀਤੀ ਹੈ, ਜਿਹੜੀ ਫਤਿਹ ਪੱਥਰ ਸਮੇਤ ਤੈਰ ਕੇ ਉੱਪਰ ਆ ਜਾਵੇਗੀ ਉਹ ਪੰਥ ਪ੍ਰਵਾਨ ਕਰੇਗਾ। ਗੁਰੂ ਫਤਿਹ ਸਾਧ ਸੰਗਤ ਜੀ ਪੱਥਰ ਦੇ ਸਮੇਤ ਤੈਰ ਕੇ ਆ ਗਈ ਸੀ। ਦਰਸ਼ਨੀ ਫਤਿਹ ਡੁੱਬ ਗਈ ਸੀ। ਬੜੇ ਸੁਚੱਜੇ ਢੰਗ ਨਾਲ ਪੰਥ ਦੇ ਜਿਸ ਤਰ੍ਹਾਂ ਇਹਨਾਂ ਨੇ ਸਿੰਘ ਸਾਹਿਬ ਭਾਈ ਮਣੀ ਸਿੰਘ ਜੀਆਂ ਨੇ ਸਾਧ ਸੰਗਤ ਜੀ ਆਉਣ ਵਾਲੇ ਪੰਥ ਦੇ ਜਿਸ ਤਰ੍ਹਾਂ ਸਭ ਜੋ ਲੜਾਈ ਝਗੜੇ ਦੇ ਕਾਰਨ ਸਨ ਸਹਿਜੇ ਹੀ ਨਿਬੇੜ ਦਿਆ ਕਰਦੇ ਸੀ। ਫਿਰ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ ਦੀਪਮਾਲਾ ਦਾ ਦਿਵਸ, ਜਿਸ ਤਰ੍ਹਾਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੰਦੀ ਛੋੜ ਸਤਿਗੁਰੂ ਸ੍ਰੀ ਅੰਮ੍ਰਿਤਸਰ ਸਾਹਿਬ ਜੀਆਂ ਦੀ ਧਰਤੀ ਭਾਈ ਮਣੀ ਸਿੰਘ ਜੀਆਂ ਨੇ ਸੋਚਿਆ ਪੰਥ ਇਕੱਤਰ ਕੀਤੇ ਨੂੰ ਲੰਮਾ ਸਮਾਂ ਹੋ ਗਿਆ ਹੈ। ਉਸ ਸਮੇਂ ਸਾਧ ਸੰਗਤ ਜੀ ਸਰਕਾਰ ਦੇ ਨਾਲ ਜਿਸ ਤਰ੍ਹਾਂ ਗੱਲ ਹੋਈ ਸੀ 5000 ਤੁਹਾਨੂੰ ਅਸੀਂ ਦਵਾਂਗੇ ਟੈਕਸ ਆਦਿਕ, ਜੇ ਤੁਸੀਂ ਇੱਥੇ ਸਾਨੂੰ ਸਿੰਘਾਂ ਨੂੰ ਜੋੜ ਮੇਲਾ ਮਨਾਉਣ ਦੇਵੋ। ਪਰ ਸਾਧ ਸੰਗਤ ਜੀ ਜਿਸ ਸਮੇਂ ਸਰਕਾਰ ਨੇ ਮੰਨ ਗਈ, ਸਰਕਾਰ ਨੇ ਸੋਚਿਆ ਕੁਟਲ ਨੀਤੀਆਂ ਨਾਲ ਕੱਲੇ ਕੱਲੇ ਸਿੰਘ ਨੂੰ ਜੰਗਲ ਚੋਂ ਪਕੜ ਕੇ ਮਾਰਨਾ ਬੜਾ ਔਖਾ ਹੈ, ਇੱਥੇ ਇਕੱਠੇ ਹੋਣਗੇ ਤਾਂ ਭਾਰੀ ਗਿਣਤੀ ਵਿੱਚ ਇਹਨਾਂ ਨੂੰ ਸ਼ਹੀਦ ਕਰਾਂਗੇ। ਜਿਸ ਸਮੇਂ ਕੁਝ ਹੀ ਦਿਨ ਪਹਿਲਾਂ ਜਿਸ ਤਰ੍ਹਾਂ ਸਾਧ ਸੰਗਤ ਜੀ ਇੰਨੀ ਫੌਜ ਲਾ ਦਿੱਤੀ ਸੀ ਉਸ ਜਗ੍ਹਾ ਤੇ ਜ਼ਕਰੀਆ ਖਾਨ ਨੇ, ਭਾਈ ਮਣੀ ਸਿੰਘ ਜੀ ਇਹਨਾਂ ਦੀਆਂ ਖੋਟੀਆਂ ਚਾਲਾਂ ਨੂੰ ਜਾਣ ਗਏ। ਉਸੇ ਸਮੇਂ ਹੀ ਪੱਤਰ ਭੇਜ ਦਿੱਤੇ ਸੀ, ਖਾਲਸਾ ਜੀ ਵਾਪਸ ਮੁੜ ਜਾਵੋ, ਸਰਕਾਰ ਦੀਆਂ ਚਾਲਾਂ ਠੀਕ ਨਹੀਂ ਲੱਗਦੀਆਂ। ਇੰਨੀ ਫੌਜ ਲੱਗੀ ਦਰਬਾਰ ਸਾਹਿਬ ਦੇਖ ਕੇ ਆਮ ਨਾਗਰਿਕ ਵੀ ਨਾ ਉਸ ਦਿਨ ਆਏ। ਫਿਰ ਸਾਧ ਸੰਗਤ ਜੀ ਭਾਈ ਮਣੀ ਸਿੰਘ ਜੀਆਂ ਨੇ ਕਿੱਥੋਂ 5000 ਕਿਉਂ ਦੇਣੇ ਸੀ ਉਹਨਾਂ ਨੂੰ, ਜਦੋਂ ਮੇਲਾ ਹੀ ਨਹੀਂ ਲੱਗਣ ਦਿੱਤਾ। ਫਿਰ ਜਿਸ ਸਮੇਂ ਜ਼ਕਰੀਆ ਖਾਨ, ਸੰਖੇਪ ਵਿੱਚ ਇਤਿਹਾਸ ਸਰਵਣ ਕਰਦੇ ਹਾਂ, ਜ਼ਕਰੀਆ ਖਾਨ ਨੇ ਪੁੱਛਿਆ ਸੀ ਕਿ 5000 ਰੁਪਈਆ ਸਾਨੂੰ ਦਿੱਤਾ ਜਾਵੇ। ਉਸ ਸਮੇਂ ਭਾਈ ਮਣੀ ਸਿੰਘ ਜੀਆਂ ਨੇ ਆਖਿਆ ਸੀ, ਕਿਉਂਕਿ ਲਾਹੌਰ ਦੇ ਸਿੱਖ ਲੈ ਆਏ ਸੀ, ਕਹਿੰਦੇ ਹਨ ਭਾਈ ਮਣੀ ਸਿੰਘ ਜੀ 5000 ਦੀ ਕੀ ਗੱਲ ਹੈ, ਤੁਹਾਡੇ ਬਰੋਬਰ ਸੋਨਾ ਤੋਲ ਕੇ ਦੇ ਦਿੰਦੇ ਆ ਮਹਾਰਾਜ ਜੀ, ਬਚਨ ਕਹੋ। ਉਸ ਸਮੇਂ ਭਾਈ ਸਾਹਿਬ ਨੇ ਕਿਹਾ ਸੀ ਕਿ ਨਹੀਂ ਗੁਰਸਿੱਖੋ, ਆਪਣੀ ਕਿਰਤ ਕਮਾਈ ਇਸ ਪਾਪੀ ਦੇ ਘਰ ਨਹੀਂ ਜਾਣੀ ਚਾਹੀਦੀ। ਪਾਪੀ ਨੇ ਪੁੱਛਿਆ ਸੀ, ਭਾਈ ਮਣੀ ਸਿੰਘ ਨੇ ਕਿਹਾ ਮੇਲਾ ਕਦੋਂ ਲੱਗਣ ਦਿੱਤਾ ਹੈ। ਸਾਧ ਸੰਗਤ ਜੀ ਤਾਂ ਹੀ ਗੁਰਸਿੱਖਾਂ ਦੀ ਭੇਟ ਆਉਣੀ ਸੀ, ਪਰ ਸਾਧ ਸੰਗਤ ਜੀ ਜੋ ਗੁਰਸਿੱਖ ਭੇਟ ਕਰਦੇ ਹਨ ਇਹ ਦਰਸ਼ਨੀ ਭੇਟਾ ਹੁੰਦੀ ਹੈ, ਸਤਿਗੁਰਾਂ ਦੇ ਸਤਿਕਾਰ ਵਜੋਂ ਗੁਰਸਿੱਖ ਭੇਟ ਕਰਦੇ ਹਨ। ਮਾਇਆ ਸਤਿਗੁਰਾਂ ਦੀ ਦਾਸੀ ਹੈ। ਮਨ ਵਿੱਚ ਇਹ ਜਾਣਨਾ ਕਿ ਜੇ ਕੋਈ ਸੇਵਾ ਕਰਕੇ ਪੱਖੇ ਤੇ ਨਾ ਲਿਖਾ ਕੇ ਆਖੇ ਹਵਾ ਮੈਂ ਦੇ ਰਿਹਾ ਹਾਂ, ਇਹ ਵਹਿਮ ਹੈ ਉਸ ਦਾ। ਮਾਇਆ ਗੁਰੂ ਘਰ ਨੂੰ ਨਹੀਂ ਚਲਾਉਂਦੀ, ਸਤਿਗੁਰ ਜੀ ਮਾਇਆ ਨੂੰ ਚਰਾ ਰਹੇ ਹਨ ਸੰਸਾਰ ਵਿੱਚ। ਸ਼੍ਰੀਪਤ ਸਤਿਗੁਰ ਜੀ ਹਨ, ਮਾਇਆ ਦੇ ਪਤੀ ਹਨ। ਮਾਇਆ ਦਾਸੀ ਹੈ ਸਤਿਗੁਰਾਂ ਦੀ। ਭੱਟ ਸਾਹਿਬਾਨ ਫਰਮਾਉਂਦੇ ਹਨ, ਰਿੱਧ ਬਸੈ ਬਾ ਵਾਂਗ ਸਿੱਧ ਸਨਮੁਖ ਮੁਖ ਜੋਵੈ, ਰਿੱਧੀਆਂ ਸਿੱਧੀਆਂ ਮਾਇਆ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਹੱਥ ਜੋੜ ਕੇ ਖੜੀਆਂ ਰਹਿੰਦੀਆਂ ਸਨ, ਹਜੂਰ ਆਗਿਆ ਦੇਣ ਅਸੀਂ ਕਿਸੇ ਗੁਰਸਿੱਖ ਦੀ ਸੇਵਾ ਵਿੱਚ ਜਾ ਕੇ ਸਫਲ ਹੋਈਏ। ਜਿਸ ਸਮੇਂ ਭਾਈ ਮਣੀ ਸਿੰਘ ਜੀਆਂ ਨੇ ਕਿਹਾ ਮੇਲਾ ਨਹੀਂ ਲੱਗਣ ਦਿੱਤਾ ਤੇ ਅਸੀਂ ਤੁਹਾਨੂੰ ਕਾਹਦਾ ਪੈਸਾ ਦੇਣਾ ਹੈ, ਉਸ ਸਮੇਂ ਸਾਧ ਸੰਗਤ ਜੀ ਇਹਨਾਂ ਨੇ ਜਿਸ ਤਰ੍ਹਾਂ ਫਿਰ ਕਾਜੀ ਤੋਂ ਫਤਵਾ ਜਾਰੀ ਕਰਾਇਆ ਬੰਦ ਛੁੱਟੇ ਜਾਣ ਦਾ। ਜਿਸ ਸਮੇਂ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ ਕਾਜੀ ਬੰਦ ਤੇ ਭਾਵ ਜਿਸ ਸਮੇਂ ਚਿੱਟਾ ਦੁੱਧ ਦਾੜਾ ਹੈ ਭਾਈ ਮਣੀ ਸਿੰਘ ਜੀਆਂ ਦਾ, ਉਹ ਲਾਹੌਰ ਦਾ ਨਿਕਾਸ ਚੌਂਕ ਜਿਸ ਵਿੱਚ ਭਾਈ ਸਾਹਿਬ ਜੀਆਂ ਨੇ ਸ਼ਹੀਦੀ ਦਿੱਤੀ ਹੈ, ਉੱਥੇ ਸਾਧ ਸੰਗਤ ਜੀ ਲੱਕੜ ਦਾ ਇੱਕ ਟੱਕ ਜਿਹਾ ਰੱਖਿਆ ਗਿਆ ਹੈ। ਜਲਾਦ ਆਇਆ ਹੈ, ਗੁੱਟ ਤੇ ਟੱਕ ਮਾਰਿਆ ਹੈ। ਭਾਈ ਮਣੀ ਸਿੰਘ ਜੀ ਕਹਿੰਦੇ ਹਨ, ਜਲਾਦਾ ਆਪਣੇ ਮਾਲਕ ਦਾ ਹੁਕਮ ਨਹੀਂ ਤੈਨੂੰ ਯਾਦ, ਤੁਮ ਬੰਦ ਕੋ ਜਾਣਤ ਨਾਹੀਂ, ਤੈਨੂੰ ਪਤਾ ਨਹੀਂ ਬੰਦ ਕੀ ਹੁੰਦੇ ਹਨ।
ਉਸ ਸਮੇਂ ਭਾਈ ਮਣੀ ਸਿੰਘ ਜੀਆਂ ਨੇ ਹੱਥ ਰੱਖਿਆ ਹੈ, ਸੱਜਾ ਹੱਥ ਅੱਗੇ, ਕਹਿੰਦੇ ਹਨ, ਲੈ ਆ ਪੋਟੇ ਤੇ ਪਹਿਲਾ ਟੱਕ ਮਾਰ, ਮੈਂ ਤੁਮ ਕੋ ਨਿਜ ਬੰਦ ਬਤਾਈ। ਮੈਂ ਦੱਸਦਾ ਹਾਂ ਤੈਨੂੰ ਬੰਦ ਕਿਵੇਂ ਛਡਾਈ ਦੇ ਹਨ। ਜਰਵਾਣੇ ਦੇ ਹੱਥ ਤੋਂ ਟੋਕਾ ਛੁੱਟ ਗਿਆ ਸੀ। ਕਹਿੰਦਾ, ਯਾ ਖੁਦਾ ਕੈਸਾ ਦਰਵੇਸ਼ ਹੈ, ਮੈਂ ਇਹਨਾਂ ਨੂੰ ਨਹੀਂ ਮਾਰ ਸਕਦਾ। ਉਸ ਸਮੇਂ ਸਾਧ ਸੰਗਤ ਜੀ ਫਿਰ ਹੋਰ ਜਲਾਦ ਸੱਦਿਆ ਗਿਆ ਹੈ। ਜ਼ਿਕਰ ਆਉਂਦਾ ਹੈ ਜਿਨ੍ਹਾਂ ਨੂੰ ਭਾਵ ਮੌਤ ਦੀ ਸਜ਼ਾ ਮਿਲੀ ਸੀ, ਆਖਿਆ ਸੀ ਜੇ ਤੁਸੀਂ ਇਸ ਸਿੱਖ ਨੂੰ ਭਾਵ ਸ਼ਹੀਦ ਕਰੋਗੇ ਤੁਹਾਡੀ ਸਜ਼ਾ ਮਾਫ ਕਰ ਦਿੱਤੀ ਜਾਵੇਗੀ। ਸੁਖਮਣੀ ਸਾਹਿਬ ਦੇ ਅਭਿਆਸੀ ਹਨ ਭਾਈ ਮਣੀ ਸਿੰਘ ਜੀ। ਪਹਿਲਾ ਟੱਕ ਸੱਜੇ ਹੱਥ ਦਾ ਜਿਸ ਤਰ੍ਹਾਂ ਕਟਿਆ ਹੈ, ਇਸੇ ਤਰ੍ਹਾਂ ਸਾਧ ਸੰਗਤ ਜੀ ਜਿੰਨੇ ਜੋੜ ਹਨ ਸਰੀਰ ਦੇ, ਟਕ ਟਕ ਕਰਦੇ ਸਭ ਜਰਵਾਣੇ ਕੱਟਦੇ ਗਏ ਹਨ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਫਿਰ ਖੱਬਾ ਹੱਥ ਜਿਸ ਤਰ੍ਹਾਂ ਕਟਿਆ, ਸੱਜੀ ਲੱਤ ਤੇ ਟੱਕ ਵੱਜੇ ਹਨ, ਕੱਟ ਕੇ ਟੋਕਰੇ ਵਿੱਚ ਪਾਈ ਆਉਂਦੇ ਹਨ। ਖੱਬੀ ਲੱਤ ਕੱਟੀ ਹੈ। ਜ਼ਿਕਰ ਆਉਂਦਾ ਹੈ 6ਵੀਂ ਅਸ਼ਟਪਦੀ ਦੇ ਸਨ ਭਾਈ ਸਾਹਿਬ ਜੀ, ਜਿਸ ਸਮੇਂ ਗਲੇ ਦਾ ਬੰਦ ਛੁੱਟਣ ਲੱਗਾ ਹੈ। ਇਤਿਹਾਸ ਜ਼ਿਕਰ ਕਰਦਾ ਹੈ ਜਿਸ ਤਰ੍ਹਾਂ ਮੀਨ ਪਕੜਿਓ ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਨੀ। ਜਿਸ ਤਰ੍ਹਾਂ ਮੱਛੀ ਨੂੰ ਵੱਢ ਕੇ ਕੋਈ ਉਹਨੂੰ ਕੱਟ ਕੇ ਖਾ ਲੈਂਦਾ ਹੈ ਮਸਾਲਿਆਂ 'ਚ ਭੁੰਨ ਕੇ, ਜੇ ਸਾਧ ਸੰਗਤ ਜੀ ਮੱਛੀ ਖਾਦੀ ਹੋਵੇ, ਐਸਾ ਪਾਣੀ ਨਾਲ ਮੱਛੀ ਦਾ ਪ੍ਰੇਮ ਹੈ। ਪੁੱਛੀਏ ਇੰਨਾ ਪਾਣੀ ਤੂੰ ਕਿਉਂ ਪੀ ਰਿਹਾ ਹੈ, ਚਾਹੇ ਸਰਦੀ ਦਾ ਮੌਸਮ ਹੋਵੇ? ਕਹਿੰਦਾ ਹੈ ਮੈਂ ਮੱਛੀ ਖਾਦੀ ਹੈ। ਕੱਟ ਕੇ ਅੰਦਰ ਵੀ ਮੱਛੀ ਤੜਫ ਲਾ ਰਹੀ ਹੈ, ਪਰ ਮੱਛੀ ਦੀ ਪ੍ਰੀਤ ਨੂੰ ਵੀ ਭਾਈ ਸਾਹਿਬ ਜੀਆਂ ਨੇ ਮਾਤ ਪਾ ਦਿੱਤੀ। ਟੋਕਰਿਆਂ ਦੇ ਵਿੱਚੋਂ ਸਾਧ ਸੰਗਤ ਜੀ ਸੁਖਮਣੀ ਸਾਹਿਬ ਜੀਆਂ ਦੀ ਗੁਰਬਾਣੀ ਦੀ ਸੰਪੂਰਨਤਾ ਕੀਤੀ ਹੈ 24 ਅਸ਼ਟਪਦੀਆਂ ਤੇ ਸ਼ਲੋਕਾਂ ਦੇ ਸਮੇਤ। ਐਸੀ ਸ਼ਹਾਦਤ ਜਿਸ ਸਮੇਂ ਸਾਧ ਸੰਗਤ ਜੀ ਸ਼ਹਾਦਤ ਦੇਣ ਲੱਗੇ ਹਨ, ਸਿੱਖਾਂ ਨੇ ਆਖਿਆ ਹੈ ਭਾਈ ਮਣੀ ਸਿੰਘ ਜੀ ਸੋਇਨਾ ਦੇ ਦਿੰਦੇ ਹਾਂ, ਬਚਨ ਸਨ ਤਨ ਗੰਦਗੀ ਕੀ ਕੋਠੜੀ, ਹਰ ਹੀਰਿਆਂ ਕੀ ਖਾਨ, ਜੇ ਸਿਰ ਦਿੱਤਿਆਂ ਹਰ ਮਿਲੈ ਤਾਂ ਵੀ ਸਸਤਾ ਜਾਣ। ਕਹਿੰਦੇ ਹਨ ਤਨ ਗੰਦਗੀ ਦੀ ਕੋਠੜੀ ਹੈ ਸਿੱਖੋ, ਹਰੀ ਤਾਂ ਹੀਰਿਆਂ ਦੀ ਖਾਨ ਹੈ। ਜੇ ਸਿਰ ਦੇ ਕੇ ਹਰੀ ਮਿਲਦਾ ਹੈ, ਸਸਤਾ ਸੌਦਾ ਸੌਖਾ ਹੈ ਕਰ ਲੈਣਾ ਚਾਹੀਦਾ ਹੈ। ਇਹਦੂ ਸੌਖਾ ਹਰੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਮਾਰਗ ਤੇ ਚੱਲਣ ਬਾਬਤ ਹਜੂਰ ਨੇ ਕਿਹਾ ਹੈ, ਸਿਰ ਧਰ ਤਲੀ ਗਲੀ ਮੇਰੀ ਆਓ। ਆਪਣਾ ਸਿਰ ਦੇਣਾ ਪੈਂਦਾ ਹੈ। ਐਸਾ ਸਤਿਗੁਰਾਂ ਦਾ ਪ੍ਰੇਮ ਗੁਰਸਿੱਖਾਂ ਵਿੱਚ ਉਛਾਲੇ ਮਾਰਦਾ ਹੈ। ਸਾਧ ਸੰਗਤ ਜੀ ਭਾਈ ਮਣੀ ਸਿੰਘ ਜੀਆਂ ਦੇ ਪਰਿਵਾਰ ਵਿੱਚ ਬੇਅੰਤ ਸ਼ਹੀਦ ਹੋਏ ਹਨ। ਭਾਈ ਦਿਆਲਾ ਜੀ ਜਿਹੜੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਹੋਏ ਹਨ। ਸੁਖਮਣੀ ਸਾਹਿਬ ਦੇ ਅਭਿਆਸੀ ਹਨ ਭਾਈ ਦਿਆਲਾ ਜੀ ਵੀ। ਜਦੋਂ ਆਲੂ ਵਾਂਗੂ ਦੇਗੇ 'ਚ ਉਬਾਲੇ ਜਾਣ ਲੱਗੇ ਹਨ, ਆਰੰਭ ਕੀਤਾ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ। ਐਸੇ ਭਾਈ ਦਿਆਲਾ ਜੀ ਭਾਈ ਮਣੀ ਸਿੰਘ ਜੀਆਂ ਦੇ ਸਕੇ ਭਰਾ ਹਨ। ਜਿਸ ਸਮੇਂ ਰਾਜਾ ਕੇਸਰੀ ਚੰਦ ਸਾਧ ਸੰਗਤ ਜੀ ਹਾਥੀ ਲੈ ਕੇ ਆਇਆ ਸੀ, ਮਸਤ ਹਾਥੀ, ਮਹਾਰਾਜ ਜੀਆਂ ਨੇ ਆਖਿਆ ਸੀ ਦੁਨੀ ਚੰਦ ਗੁਰ ਕੋ ਵੱਡ ਹਾਥੀ, ਲੜਾਵੇਂਗੇ ਇਸੈ ਉਸ ਸਾਥੀ। ਸਾਡੇ ਪਾਸ ਵੀ ਇੱਕ ਹਾਥੀ ਹੈ ਦੁਨੀ ਚੰਦ। ਭੱਜ ਗਿਆ ਸੀ, ਮਨ ਵਿੱਚ ਸ਼ਰਧਾ ਨਾ ਸੀ। ਉਸ ਸਮੇਂ ਸਾਧ ਸੰਗਤ ਜੀ ਭਾਈ ਬਚਿੱਤਰ ਸਿੰਘ ਤੇ ਭਾਈ ਉਦੈ ਸਿੰਘ ਜੀ, ਇਹ ਸਾਧ ਸੰਗਤ ਜੀ ਭਾਈ ਮਣੀ ਸਿੰਘ ਜੀਆਂ ਦੇ ਹੀ ਪੁੱਤਰ ਹਨ। ਇਤਿਆਦਿਕ ਅੱਜ ਸਾਧ ਸੰਗਤ ਜੀ ਭਾਈ ਮਣੀ ਸਿੰਘ ਜੀਆਂ ਦਾ ਸ਼ਹੀਦੀ ਦਿਹਾੜਾ ਹੈ। ਸ਼ਹੀਦ ਸਿੰਘਾਂ ਦੇ ਚਰਨਾਂ ਤੇ ਬੇਅੰਤ ਵਾਰ ਪ੍ਰਣਾਮ ਹੈ। ਬਾਜਾਂ ਵਾਲੇ ਪਿਤਾ ਜੀ ਫਰਮਾਉਂਦੇ ਹਨ, ਦੋ ਮਾਰਗ ਮੁਕਤ ਕੈ ਕਹੀਐ, ਪ੍ਰਥਮ ਹਰ ਭਗਤ ਹਰ ਜਨ ਕੀ। ਪਹਿਲਾ ਮਾਰਗ ਹੈ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਅਤੇ ਧੰਨ ਭਾਈ ਮਣੀ ਸਿੰਘ ਜੀ ਹਰੀ ਦੀ ਭਗਤੀ ਵਿੱਚ ਲੀਨ ਹੋ ਕੇ ਜਿਸ ਤਰ੍ਹਾਂ ਸ਼ਹਾਦਤ ਦਿੱਤੀ ਹੈ, ਇਹ ਹਜੂਰ ਕਹਿੰਦੇ ਹਨ ਪ੍ਰਥਮ ਜਿਸ ਤਰ੍ਹਾਂ ਭਗਤ ਹਰ ਜਨ ਕੀ, ਦੁੱਤਿਆ ਸੁਰਤ ਸੂਰਨ ਕੀ, ਧਰਾ ਸੁਭ ਗਤ ਆਯੋਧਨ ਕੀ। ਦੂਜਾ ਮਾਰਗ ਹੈ ਜੰਗ ਦੇ ਮੈਦਾਨ ਵਿੱਚ ਸੂਰਬੀਰਾਂ ਦੀ ਨਿਆਈ ਸ਼ਹਾਦਤ ਪ੍ਰਾਪਤ ਕਰਨੀ। ਇਹ ਦੋ ਮੁਕਤੀ ਦੇ ਮਾਰਗ ਗੁਰਸਿੱਖੋ ਕਹੇ ਜਾਂਦੇ ਹਨ। ਅੱਜ ਸਾਧ ਸੰਗਤ ਜੀ
ਸਿੰਘ ਸਾਹਿਬ ਸ਼ਹੀਦ ਭਾਈ ਮਣੀ ਸਿੰਘ ਜੀਆਂ ਦਾ ਸ਼ਹੀਦੀ ਦਿਹਾੜਾ ਹੈ। ਆਓ ਸਾਧ ਸੰਗਤ ਜੀ, ਅੱਜ ਹੀ ਮੀਰੀ ਪੀਰੀ ਦਿਵਸ ਗੁਰਸਿੱਖਾਂ ਦੇ ਵਿੱਚ ਸਾਧ ਸੰਗਤ ਜੀ ਜਿਸ ਤਰ੍ਹਾਂ ਮਨਾਇਆ ਜਾ ਰਿਹਾ ਹੈ, ਜਿਸ ਤਰ੍ਹਾਂ ਸ਼ਸਤਰ ਧਾਰਨ ਦਿਵਸ ਦੇ ਨਾਂ ਨਾਲ ਵੀ ਗੁਰਸਿੱਖ ਯਾਦ ਕਰਦੇ ਹਨ, ਇਹ ਸਾਧ ਸੰਗਤ ਜੀ ਮੀਰੀ ਤੇ ਪੀਰੀ ਦਾ ਸਿਧਾਂਤ, ਦੇਗ ਤੇ ਤੇਗ ਦਾ ਸਿਧਾਂਤ, ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਜੀਆਂ ਦਾ ਸਿਧਾਂਤ, ਰਬਾਬ ਤੇ ਨਗਾਰੇ ਦਾ ਸਿਧਾਂਤ, ਇਹ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਸਮੇਂ ਤੋਂ ਹੀ ਚੱਲਦਾ ਆ ਰਿਹਾ ਹੈ। ਜਿਸ ਸਮੇਂ ਹਜੂਰ ਨੇ ਜਲਦੀ ਹੋਈ ਪ੍ਰਿਥਵੀ ਦੇਖੀ ਹੈ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਹਜੂਰ ਉਦਾਸੀ ਦੀ ਰੀਤ ਚਲਾਉਣ ਲੱਗੇ ਹਨ, ਹਜੂਰ ਉਦਾਸੀ ਤੇ ਜਾਣ ਲੱਗੇ ਹਨ। ਜ਼ਿਕਰ ਆਉਂਦਾ ਹੈ, ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਆਸਾ ਹੱਥ ਕਿਤਾਬ ਕੱਛ, ਮਹਾਰਾਜ ਜੀਆਂ ਨੇ ਹੱਥ ਵਿੱਚ ਸਲੋਤਰ ਪਕੜਿਆ ਹੈ ਤੇ ਕੱਛ ਦੇ ਵਿੱਚ ਭਾਵ ਕਿਤਾਬ ਹੈ। ਜਿਹੜਾ ਸਲੋਤਰ ਹੈ ਇਹ ਦੇਗ ਦਾ ਪ੍ਰਤੀਕ ਹੈ, ਜਿਹੜੀ ਕੱਛ ਵਿੱਚ ਕਿਤਾਬ ਹੈ ਇਹ ਸਾਧ ਸੰਗਤ ਜੀ ਭਾਵ ਦੇਗ ਦੀ ਪ੍ਰਤੀਕ ਹੈ, ਸਲੋਤਰ ਤੇਗ ਦਾ ਪ੍ਰਤੀਕ ਹੈ। ਇਸੇ ਤਰ੍ਹਾਂ ਕਵੀ ਭਾਈ ਸੰਤੋਖ ਸਿੰਘ ਜੀ ਅੰਤਰੀ ਵਰਥਾਂ ਨਾਲ ਵੀ ਬੜਾ ਸੁੰਦਰ ਬਿਆਨ ਕਰਦੇ ਹਨ। ਹਜੂਰ ਜਦੋਂ ਚੱਲਣ ਲੱਗੇ ਹਨ, ਹਜੂਰ ਨੇ ਨਿਮਰਤਾ ਦੀ ਢਾਲ ਪਹਿਨੀ ਹੈ, ਸ਼ਬਦ ਦੀ ਸ੍ਰੀ ਸਾਹਿਬ ਹੱਥ ਵਿੱਚ ਪਕੜੀ ਹੈ, ਸ਼ਬਦ ਦੀ ਸਵਾਰੀ ਹਜੂਰ ਕਰਦੇ ਹਨ। ਐਸੇ ਸੂਰਬੀਰ ਯੋਧੇ ਹਨ ਹਜੂਰ। ਇਹ ਸਾਧ ਸੰਗਤ ਜੀ ਹਜੂਰ ਵੀ ਸ਼ਸਤਰ ਪਕੜਿਆ ਕਰਦੇ ਸਨ। ਫਿਰ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਹੱਥ ਵਿੱਚ ਮਹਾਰਾਜ ਦੀ ਸਲੋਤਰ ਰੱਖਿਆ ਕਰਦੇ ਸਨ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਵੀ ਸਾਧ ਸੰਗਤ ਜੀ ਇੱਕ ਛਟੀ ਰੱਖਿਆ ਕਰਦੇ ਸੀ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਲੋਤਰ ਰੱਖਿਆ ਕਰਦੇ ਸਨ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਰਛਾ ਹੱਥ ਵਿੱਚ ਰੱਖਿਆ ਕਰਦੇ ਸਨ। ਬਲੀ ਬਹਾਦਰ ਸਤਿਗੁਰ ਜੀ, ਇਹ ਨਹੀਂ ਸੀ ਹਜੂਰ ਨੂੰ ਸ਼ਸਤਰ ਵਿਦਿਆ ਨਾ ਸੀ ਆਉਂਦੀ। ਮਾਓ ਸਾਹਿਬ ਦੀ ਸੰਗਤ ਨੇ ਆਖਿਆ ਸੀ, ਜਿਸ ਸਮੇਂ ਮਾਤ ਗੰਗਾ ਜੀਆਂ ਨੂੰ ਵਿਆਹੁਣ ਵਾਸਤੇ ਸਤਿਗੁਰ ਜੀ ਗਏ ਸਨ, ਉਸ ਸਮੇਂ ਮਾਓ ਨਗਰ ਦੀ ਸੰਗਤ ਨੇ ਆਖਿਆ ਸੀ, ਪਹਿਲਾਂ ਗੁਰੂ ਕੇ ਹਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਬਰਾਤ ਆਵੇਗੀ ਬੜੀ ਠਾਠ ਬਾਠ ਨਾਲ ਆਉਣੀ ਚਾਹੀਦੀ ਹੈ। ਉਸ ਸਮੇਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਦੇ ਜਿੰਨੇ ਸਾਧੂ ਮਹਾਤਮਾ, ਗਲੀਆਂ ਦੇ ਵਿੱਚੋਂ ਜਿੰਨੇ ਸਾਧ ਸੰਗਤ ਜੀ ਸਾਧੂ ਸਨ, ਤਨ ਤੇ ਚੰਗੇ ਕੱਪੜੇ ਵੀ ਨਹੀਂ ਸਨ, ਹਜੂਰ ਉਹ ਬਰਾਤ ਵਿੱਚ ਲੈ ਕੇ ਗਏ ਹਨ। ਉਹਨਾਂ ਨੇ ਆਪਣੀ ਬੇਇੱਜ਼ਤੀ ਸਮਝੀ ਸੀ ਅੱਗੋਂ ਮਾਊ ਸਾਹਿਬ ਵਾਲਿਆਂ ਨੇ ਕਿ ਇਹ ਕੀ, ਅਸੀਂ ਤਾਂ ਆਖਿਆ ਸੀ ਠਾਠ ਬਾਠ ਸਹਿਤ ਬਰਾਤ ਆਉਣੀ ਚਾਹੀਦੀ ਹੈ, ਐਸੇ ਤਕੜੇ ਸਿੰਘ ਆਉਣੇ ਚਾਹੀਦੇ ਹਨ। ਇਹ ਕੈਸੇ ਭਾਵ ਚਿਹਰੇ ਵੀ ਇਹਨਾਂ ਦੇ ਪ੍ਰਤਾਪ ਦੇ ਸਹਿਤ ਹਨ, ਪਰ ਤਨ ਤੇ ਕੱਪੜੇ ਨਹੀਂ। ਹਜੂਰ ਨੇ ਕਿਹਾ ਸੀ ਇਹੀ ਠਾਠ ਦੇ ਸਹਿਤ ਧਰਤੀ ਤੇ ਸ਼ੋਭਾ ਪਾਉਂਦੇ ਹਨ ਸਾਧੂ ਮਹਾਤਮਾ ਜਨ। ਉਸ ਸਮੇਂ ਉਹਨਾਂ ਨੇ ਸਾਧ ਸੰਗਤ ਜੀ ਇੱਕ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਜਿਸ ਤਰ੍ਹਾਂ ਸਾਧ ਸੰਗਤ ਜੀ ਰੁੱਖ ਨੂੰ ਉੱਪਰੋਂ ਵੱਢ ਦਿੱਤਾ, ਭਾਵ ਜੜਾਂ ਤੋਂ ਨਹੀਂ ਪਟਿਆ, ਉੱਪਰੋਂ ਕਿਲੇ ਦੀ ਸ਼ੇਪ ਦੇ ਦਿੱਤੀ। ਹਜੂਰ ਨੂੰ ਕਿਹਾ ਸਾਡੀ ਮਰਿਆਦਾ ਹੈ ਇੱਕ ਨਗਰ ਦੀ, ਜੇ ਕੋਈ ਘੋੜੇ ਤੇ ਸਵਾਰ ਹੋ ਕੇ ਕਿਲਾ ਪੱਟ ਦਿੰਦਾ ਹੈ ਅਸੀਂ ਉਹਦੇ ਨਾਲ ਆਪਣੀ ਗਾਂ ਬੇਟੀ ਤੋਰਾਂਗੇ, ਨਹੀਂ ਤਾਂ ਅਸੀਂ ਭਾਵ ਤੁਹਾਨੂੰ ਵਾਪਸ ਜਾਣਾ ਪਵੇਗਾ। ਮਨ ਵਿੱਚ ਸੀ ਕਿ ਰੁੱਖ ਕਿਤੋਂ ਬਰਛੇ ਨਾਲ ਪਟਿਆ ਜਾਵੇਗਾ, ਇਹ ਵਾਪਸ ਚਲੇ ਜਾਣਗੇ। ਹਜੂਰ ਨੇ ਘੋੜੀ ਦੀ ਸਵਾਰੀ ਕੀਤੀ ਹੈ, ਮਹਾਰਾਜ ਜੀਆਂ ਨੇ ਘੋੜਾ ਭਜਾਇਆ ਹੈ, ਰੁੱਖ ਦੀਆਂ ਜੜ੍ਹਾਂ 'ਚ ਬਰਛਾ ਮਾਰ ਕੇ ਸਾਧ ਸੰਗਤ ਜੀ ਜੜ੍ਹਾਂ ਸਮੇਤ ਹਜੂਰ ਨੇ ਰੁੱਖ ਪੱਟ ਦਿੱਤਾ ਹੈ। ਮਾਊ ਸਾਹਿਬ ਦੀ ਸੰਗਤ ਹੈਰਾਨ ਹੋ ਗਈ ਹੈ। ਐਸੇ ਬਲੀ ਬਹਾਦਰ ਸੂਰਮੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਜੂਰ ਨੇ ਕਿਹਾ ਸੀ ਤੁਸੀਂ ਸਾਡੀ ਅਜ਼ਮਤ ਸ਼ਕਤੀ ਪਰਖੀ ਹੈ, ਹੁਣ ਇਹ ਨਗਰ ਵੀ ਇੱਥੇ ਨਹੀਂ ਵਸੇਗਾ, ਇਹਦੀਆਂ ਵੀ ਜੜ੍ਹਾਂ ਪੱਟੀਆਂ ਗਈਆਂ ਨੇ। ਹਜੂਰ ਦੇ ਪਾਸ ਮਾਤਾ ਗੰਗਾ ਜੀਆਂ ਦੇ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਵੱਡੀ ਭੈਣ ਬੀਬੀ ਹਰਹਾ ਆਦਿਕ ਹਜੂਰ ਪਾਸ ਅਰਦਾਸ ਕੀਤੀ ਹੈ, ਮਹਾਰਾਜ ਜੀ ਮਾਫੀ ਹੋ ਗਈ ਹੈ, ਭਾਵ ਗਲਤੀ ਹੋ ਗਈ ਹੈ, ਮਾਫ ਕਰ ਦਵੋ। ਉਸ ਸਮੇਂ ਹਜੂਰ ਨੇ ਕਿਹਾ ਸੀ ਹੁਣ ਇਹ ਨਗਰ ਇੱਥੇ ਨਹੀਂ ਨਾਲ ਹੀ ਵਸੇਗਾ, ਪਰ ਸਾਡੇ ਆਨੰਦ ਕਾਰਜ ਦੀ ਇੱਥੇ ਯਾਦਗਾਰ ਬਣੇਗੀ। ਇਤਿਆਦਿਕ ਸਾਧ ਸੰਗਤ ਜੀ
ਫਿਰ ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਫੁਨਹ ਬਾਣੀ ਉਚਾਰਨ ਕੀਤੀ ਹੈ, ਬੀਬੀ ਹਰਹਾ ਨੇ ਪੁੱਛਿਆ ਸੀ, ਹਜੂਰ ਕੋਈ ਛੰਦ ਸੁਣਾਓ, ਕਿਉਂਕਿ ਪਹਿਲਾਂ ਇਸਤਰੀਆਂ ਸੁਣਿਆ ਕਰਦੀਆਂ ਸਨ, ਜਿਸ ਤਰ੍ਹਾਂ ਜਿੰਦਾ ਆਨੰਦ ਕਾਰਜ ਹੁੰਦਾ ਸੀ ਕੋਈ ਗੀਤ ਸੁਣਿਆ ਕਰਦੀਆਂ ਸਨ। ਹਜੂਰ ਨੇ ਉਚਾਰਨ ਕੀਤਾ ਸੀ, ਨੈਣ ਨਾ ਦੇਖੈ ਸਾਧ ਸੇ ਨੈਣ ਬਹਾਲਿਆ, ਕਰਨ ਨਾ ਸੁਣਹੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟਿਐ। ਹਰਹਾ, ਇੱਥੇ ਬੀਬੀ ਹਰਹਾ ਦਾ ਜ਼ਿਕਰ ਆਉਂਦਾ ਹੈ। ਹਜੂਰ ਕਹਿੰਦੇ ਹਨ, ਹਰਹਾ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟਿਐ। ਜਦੋਂ ਹਜੂਰ ਦੀ ਯਾਦ ਵਿਸਰਦੀ ਹੈ ਬੀਬੀ ਹਰਹਾ, ਘਾਟਾ ਹੀ ਕਿਸੇ ਵੀ ਕੰਮ ਨੂੰ ਹੱਥ ਪਾਵੇਂਗੀ, ਘਾਟਾ ਏ। ਜੇ ਹਜੂਰ ਦੀ ਯਾਦ ਨਹੀਂ ਮਨ ਵਿੱਚ ਰਹਿੰਦੀ, ਉੱਥੇ ਹਜੂਰ ਨੇ ਉਚਾਰਨ ਕੀਤਾ ਹੈ, ਡਿਠੈ ਸਭੈ ਥਾਵ ਨਹੀਂ ਤੁਧ ਜਿਹਿਆ, ਬਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਹਰਹਾ ਨਾਨਕ ਕਸਮਲ ਜਾਏ ਨਹਾਇਆ ਰਾਮਦਾਸ ਸਰ। ਐਸੇ ਸੰਧ ਹਜੂਰ ਨੇ ਉਚਾਰਨ ਕੀਤੇ ਹਨ। ਅੱਗੇ ਸਾਧ ਸੰਗਤ ਜੀ, ਆਓ ਜਿੱਥੋਂ ਇਤਿਹਾਸ ਦੀ ਲੜੀ ਆਰੰਭ ਹੁੰਦੀ ਹੈ, ਜਿਸ ਸਮੇਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਸ਼ਹਾਦਤ ਹੁੰਦੀ ਹੈ, ਭਾਈ ਪੈੜਾ ਜੀ, ਭਾਈ ਲੰਗਾ ਜੀ, ਭਾਈ ਜੇਠਾ ਜੀ, ਧੰਨ ਬਾਬਾ ਬਿਧੀ ਚੰਦ ਜੀ ਇਤਿਆਦਿਕ ਭਾਈ ਪੁਰਾਣਾ ਜੀ ਜਦੋਂ ਲਾਹੌਰ ਤੋਂ ਹਜੂਰ ਦੀ ਸ਼ਹਾਦਤ ਜਿਸ ਤਰ੍ਹਾਂ ਸੰਗਤ ਵਿੱਚ ਆ ਕੇ ਬਿਆਨ ਕਰਦੇ ਹਨ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧਰਮਵੀਰ ਸਤਿਗੁਰ ਜੀਆਂ ਦੀ ਦੁਨਿਆਵੀ ਤੌਰ ਤੇ ਆਯੂ 11 ਸਾਲ ਦੀ ਹੈ। ਹਜੂਰ ਨੇ ਪ੍ਰਣ ਕੀਤਾ ਹੈ, ਜਿੰਨਾ ਸਮਾਂ ਚੰਦੂ ਦੀ ਪਾਪੀ ਦੀ ਨੱਕ ਵਿੱਚ ਨਕੇਲ ਨਹੀਂ ਪਾਉਂਦੇ ਅਸੀਂ ਬੈਠਾਂਗੇ ਨਹੀਂ। ਚੋਰ ਯਾਰ ਜੁਆਰ ਵੇਸਵਾ ਜਾਮੀ ਇਤਿਆਦਿਕ ਜਿੰਨੀਆਂ ਸਜ਼ਾਵਾਂ ਹਨ ਸਾਨੂੰ ਲੱਗਣ, ਜੇ ਅਸੀਂ ਉਸ ਪਾਪੀ ਦੇ ਨੱਕ ਵਿੱਚ ਨਕੇਲ ਨਾ ਪਾਈਏ। ਐਸੇ ਬਚਨ ਸੁਣ ਕੇ ਸਾਧ ਸੰਗਤ ਜੀ ਕਮਜ਼ੋਰ ਦਿਲਾਂ ਵਾਲੇ ਮਸੰਦ ਡਰ ਗਏ ਸਨ, ਕਿਉਂਕਿ ਐਸਾ ਸਮਾਂ ਸੀ ਜਹਾਂਗੀਰ ਜੋ ਮੂੰਹ ਤੋਂ ਕਹਿ ਦਿੰਦਾ ਸੀ ਉਹ ਕਾਨੂੰਨ ਹੁੰਦਾ ਸੀ। ਜਹਾਂਗੀਰ ਕਵੇ ਮੌਤ ਤਾਂ ਮੌਤ, ਜੇ ਕਵੇ ਇਹਨੂੰ ਛੱਡ ਦਿੱਤਾ ਜਾਵੇ ਤਾਂ ਛੱਡ ਦਿੱਤਾ ਜਾਵੇ। ਐਸਾ ਤੁਰਕਾਨੀ ਰਾਜ ਹੈ। ਜਿਸ ਸਮੇਂ ਸਾਧ ਸੰਗਤ ਜੀ ਸਿੱਖਾਂ ਦੇ ਵਿੱਚ ਸਹਿਮ ਦੇਖਿਆ ਸੀ ਹਜੂਰ ਦੀ ਸ਼ਹਾਦਤ ਤੋਂ ਬਾਅਦ, ਜਦੋਂ ਹਜੂਰ ਦੇ ਐਸੇ ਬਚਨ ਸੁਣੇ ਸਿੱਖਾਂ ਦੇ ਡੌਲੇ ਕੰਬੇ ਹਨ, ਭਾਵ ਵੀਰ ਰਸ ਦੇ ਸਹਿਤ ਹੋਏ ਹਨ ਸਿੱਖ ਵੀ। ਫਿਰ ਸਾਧ ਸੰਗਤ ਜੀ ਮਸੰਦ ਮਾਤਾ ਜੀਆਂ ਪਾਸ ਜਾ ਕੇ ਕਹਿੰਦੇ ਹਨ, ਮਾਤਾ ਜੀ ਹਜੂਰ ਦੀ ਹਜੇ ਸ਼ਹਾਦਤ ਹੋਈ ਹੈ, ਸਾਹਿਬਜ਼ਾਦੇ ਦੀ ਆਯੂ ਬਾਲਕਾਂ ਵਾਲੀ ਹੈ। ਐਡਾ ਵੱਡਾ ਪ੍ਰਣ ਉਹ ਵੀ ਸਾਰੀ ਸੰਗਤ ਦੇ ਇਕੱਠ ਵਿੱਚ ਉਹਨਾਂ ਨੇ ਕਹਿ ਦਿੱਤੇ ਹਨ ਬਚਨ ਕਿ ਚੰਦੂ ਦੀ ਨੱਕ ਵਿੱਚ ਨਕੇਲ ਪਾਵਾਂਗੇ। ਚੰਦੂ ਜੋ ਜਹਾਂਗੀਰ ਦਾ ਦੀਵਾਨ ਹੈ, ਬੜੀ ਪਾਵਰ ਰੱਖਦਾ ਹੈ। ਇਹ ਕੰਮ ਘੱਟ ਦਿਲਾਂ ਵਾਲੇ ਮਸੰਦ ਜਿਸ ਸਮੇਂ ਮਾਤਾ ਜੀਆਂ ਨੂੰ ਜਾ ਕੇ ਕਿਹਾ, ਮਾਤਾ ਜੀ ਕਹਿੰਦੇ ਹਨ ਅਸੀਂ ਤੁਹਾਡੀ ਬੇਨਤੀ ਸਤਿਗੁਰ ਜੀਆਂ ਨੂੰ ਕਰਾਂਗੇ, ਪਰ ਹਜੂਰ ਤਾਂ ਅੰਤਰਜਾਮੀ ਹਨ, ਭੂਤ ਭਵਿੱਖ ਸਭ ਸਮਾਂ ਉਹਨਾਂ ਨੂੰ ਪਤਾ ਹੈ। ਉਸ ਸਮੇਂ ਜਦੋਂ ਹਜੂਰ ਆਏ, ਹਜੂਰ ਨੇ ਬਚਨ ਸੁਣੇ ਹਨ ਮਸੰਦਾਂ ਦੇ ਮਾਤਾ ਜੀਆਂ ਪਾਸੋਂ। ਹਜੂਰ ਨੇ ਜਿਸ ਸਮੇਂ ਮਸੰਦਾਂ ਨੇ ਕਿਹਾ ਸੀ ਕਿਸ ਤਰ੍ਹਾਂ ਲੜਾਂਗੇ ਇਹਨਾਂ ਨਾਲ, ਲਾਹੌਰ ਦੇ ਨਾਲ ਕਿਵੇਂ ਟੱਕਰ ਲਵਾਂਗੇ, ਦਿੱਲੀ ਨਾਲ ਕਿਵੇਂ ਟੱਕਰ ਲਵਾਂਗੇ, ਆਪਣੇ ਕੋਲ ਕਿਹੜਾ ਕੋਈ ਫੌਜ ਤੇ ਸ਼ਸਤਰ ਹਨ। ਹਜੂਰ ਨੇ ਕਿਹਾ ਸੀ ਮਾਤਾ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਸਾਨੂੰ ਬਚਨ ਆਖੇ ਹਨ, ਸਾਯੁਧ ਹੋਏ ਤਖਤ ਪਰ ਰਾਜੋ। ਮਹਾਰਾਜ ਜੀਆਂ ਨੇ ਆਖਿਆ ਹੈ ਸ਼ਸਤਰ ਧਾਰਨ ਕਰਕੇ ਤਖਤ ਤੇ ਤੁਸੀਂ ਬਿਰਾਜਣਾ ਹੈ, ਜਥਾ ਸਖਤ ਸੈਨਾ ਸੰਗ ਸਾਜੋ। ਜਿੰਨੀ ਪਹੁੰਚ ਪੈਂਦੀ ਹੈ ਇਹ ਭਾਈ ਬਾਬਾ ਬਿਧੀ ਚੰਦ ਜੀਆਂ ਨੂੰ ਕਹਿ ਕੇ ਭੇਜਿਆ ਸੀ, ਸਾਡੇ ਸਾਹਿਬਜ਼ਾਦੇ ਨੂੰ ਕਹਿਣਾ ਜਿੰਨੀ ਪਹੁੰਚ ਪੈਂਦੀ ਹੈ ਉਸ ਤਰ੍ਹਾਂ ਭਾਵ ਨਾਲ ਸਿੰਘ ਰੱਖਣੇ ਹਨ। ਪ੍ਰਥਮ ਰੀਤ ਕਰ ਲੀਜੈ ਟੀਕਾ, ਬਾਕੀ ਸਭ ਪ੍ਰਥਮ ਰੀਤ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਤੋਂ ਜੋ ਚੱਲਦੀ ਆ ਰਹੀ ਹੈ, ਗੁਰਸਿੱਖਾਂ ਨੂੰ ਨਾਮ ਦਾ ਪ੍ਰਸ਼ਾਦ ਵੰਡਣਾ ਹੈ। ਇਤਿਆਦਿਕ ਹਜੂਰ ਨੇ ਬਚਨ ਕਹੇ ਹਨ। ਮਾਤਾ ਜੀਆਂ ਨੂੰ ਹਜੂਰ ਨੇ ਕਿਹਾ ਹੈ ਅਸੀਂ ਸੈਨਾ ਕਤਰ ਕਰਾਂਗੇ, ਸੂਰਮੇ ਭਾਵ ਜਿਸ ਤਰ੍ਹਾਂ ਸਾਧ ਸੰਗਤ ਜੀ ਫਿਰ ਹਜੂਰ ਨੇ ਇਕੱਤਰ ਕੀਤੇ ਹਨ। ਮਾਤਾ ਜੀਆਂ ਨੂੰ ਹਜੂਰ ਨੇ ਕਿਹਾ ਇਹਨਾਂ ਪਰਬਤਾਂ ਨੂੰ ਨਰਦ ਕੋ ਗਰਦ ਮਿਲਾਉਂ, ਮਿੱਟੀ 'ਚ ਮੇਲ ਦਵਾਂਗੇ ਜਿਨ੍ਹਾਂ ਨੇ ਇੰਨੇ ਪਾਪ ਕਮਾਏ ਹਨ, ਤੇ ਜਿਹੜੇ ਇੱਕ ਕਣ ਹਨ ਇਹਨਾਂ ਨੂੰ ਸਮੇਰ ਪਰਬਤ ਦੀ ਨਿਆਈ।
ਜਿਨ੍ਹਾਂ ਦੇ ਮਨ ਵਿੱਚ ਡਰ ਹਨ, ਇਹ ਪਰਬਤਾਂ ਦੀ ਨਿਆਈ ਹੋ ਜਾਣਗੇ, ਸਮੁੰਦਰਾਂ ਨਾਲ ਟਕਰਾ ਜਾਇਆ ਕਰਨਗੇ। ਐਸਾ ਵੀਰ ਰਸ ਇਹਨਾਂ 'ਚ ਮਾਤਾ ਜੀ ਭਰ ਦੇਵਾਂਗੇ। ਐਸੇ ਹਜੂਰ ਦੇ ਬਚਨ ਸੁਣ ਕੇ ਮਾਤਾ ਜੀਆਂ ਦੇ ਮਨ ਵਿੱਚ ਧੀਰਜ ਆਇਆ ਹੈ। ਹੁਕਮਨਾਮਾ ਸਾਹਿਬ ਹਜੂਰ ਨੇ ਜਾਰੀ ਕੀਤੇ ਹਨ। ਸਿੱਖ ਸੰਗਤਾਂ ਸਾਨੂੰ ਜਵਾਨੀਆਂ ਭੇਟ ਕਰਨ, ਜਵਾਨ ਸ਼ਸਤਰ ਤੇ ਘੋੜੇ ਭੇਟ ਕੀਤੇ ਜਾਣ ਚੰਗੀ ਨਸਲ ਦੇ। ਸਤਿਗੁਰਾਂ ਜੀਆਂ ਨੇ ਫਿਰ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਜੀਆਂ ਦੀ ਸਿਰਜਣਾ ਕੀਤੀ ਹੈ, ਆਪ ਮਹਾਰਾਜ ਜੀਆਂ ਨੇ ਤੇਜ ਪ੍ਰਤਾਪ ਦੇ ਸਹਿਤ ਨੀਂਹ ਰੱਖੀ ਹੈ ਅਕਾਲ ਤਖਤ ਸਾਹਿਬ ਜੀਆਂ ਦੀ। ਉਸ ਤੋਂ ਉਪਰੰਤ ਸਿੱਖਾਂ ਨੂੰ ਜਿਸ ਤਰ੍ਹਾਂ ਹੁਕਮਨਾਮੇ ਸਾਹਿਬ ਪਹੁੰਚੇ ਹਨ, ਹਜੂਰ ਤਖਤ ਤੇ ਜਿਸ ਤਰ੍ਹਾਂ ਸੱਜਣਗੇ। ਆਓ ਸਾਧ ਸੰਗਤ ਜੀ, ਅੱਜ ਮੀਰੀ ਪੀਰੀ ਦਿਵਸ ਹੈ। ਅੱਜ ਦੇ ਦਿਨ ਜਿਸ ਤਰ੍ਹਾਂ ਸਤਿਗੁਰਾਂ ਨੇ ਸ਼ਸਤਰ ਧਾਰਨ ਕੀਤੇ ਹਨ, ਉਹ ਵਾਲਾ ਪ੍ਰਸੰਗ ਕਵੀ ਭਾਈ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਬੜੇ ਪ੍ਰੇਮ ਨਾਲ ਇਹ ਸਾਧ ਸੰਗਤ ਜੀ, ਕੋਈ ਟੈਲੀਵਿਜ਼ਨ ਜਾਂ ਕੋਈ ਮੂਵੀ ਇਸ ਦ੍ਰਿਸ਼ਟ ਨੂੰ ਨਹੀਂ ਚਿੱਤਰ ਸਕਦੀ, ਜੋ ਆਪਣੇ ਪਾਸ ਇਤਿਹਾਸ ਦੇ ਸਰੋਤ ਹਨ, ਅੱਖਾਂ ਦੇ ਸਾਹਮਣੇ ਉਵੇਂ ਹੀ ਚੱਲਦਾ ਆਉਂਦਾ ਹੈ। 7 ਫੁੱਟ ਤੋਂ ਵਧੇਰੇ ਸਤਿਗੁਰਾਂ ਦਾ ਕੱਦ ਹੈ, ਗੱਜ ਚੌੜੀ ਛਾਤੀ ਮਹਾਰਾਜ ਜੀਆਂ ਦੀ। ਮਹਾਰਾਜ ਜੀਆਂ ਦੀ ਸੱਜੀ ਗੱਲ ਤੇ ਛੋਟਾ ਜਿਹਾ ਇੱਕ ਤਿਲ ਹੈ। ਐਸਾ ਢੀਲ ਡੌਲ ਹੈ ਸਤਿਗੁਰਾਂ ਦਾ, ਗੋਡਿਆਂ ਤੋਂ ਲੰਮੀਆਂ ਹਜੂਰ ਦੀਆਂ ਭੁਜਾਵਾਂ ਹਨ। ਜਦੋਂ ਹਜੂਰ ਦਿੱਲੀ ਵਿੱਚ ਪ੍ਰਵੇਸ਼ ਕੀਤੇ ਸੀ, ਦਿੱਲੀ ਦਾ ਅਵਾਹਮ ਹਜੂਰ ਨੂੰ ਤੱਕ ਕੇ ਕਹਿੰਦਾ ਸੀ, ਜਹਾਂਗੀਰ ਦੀ ਐਸੀ ਸੂਰਤ ਨਹੀਂ ਹੈਗੀ, ਐਸਾ ਉਹਦਾ ਮੂੰਹ ਤਾਂ ਗੰਦਾ ਜਿਹਾ ਹੈ, ਇਹਨਾਂ ਦੇ ਚਿਹਰੇ ਤੇ ਬੜਾ ਪ੍ਰਤਾਪ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਹਜੂਰ ਦੇ ਅੱਗੇ ਜਦੋਂ ਸਿੰਘ ਛਾਤੀਆਂ ਤਾਣ ਕੇ ਚੱਲਿਆ ਕਰਦੇ ਹਨ, ਹੱਥਾਂ ਵਿੱਚ ਬਰਛੇ ਹੁੰਦੇ ਹਨ, ਭਾਰੀ ਸੋਭਾ ਪਾਉਂਦੇ ਹਨ ਮਹਾਰਾਜ ਜੀ। ਐਸਾ ਸਾਧ ਸੰਗਤ ਜੀ, ਇਹ ਇਤਿਹਾਸ ਸਾਨੂੰ ਦਰਸਾਉਂਦਾ ਹੈ। ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਅੰਮ੍ਰਿਤਸਰ ਸਾਹਿਬ ਜੀਆਂ ਦੀ ਉਹ ਧਰਤੀ, ਦਰਬਾਰ ਸਾਹਿਬ ਦੇ ਸਾਹਮਣੇ ਖਾਲੀ ਜਗ੍ਹਾ ਦੇਖ ਕੇ ਸਤਿਗੁਰਾਂ ਨੇ ਜਿਸ ਤਰ੍ਹਾਂ ਚੌਂਕ ਦੇਖਿਆ ਹੈ, ਉੱਥੇ ਹਜੂਰ ਨੇ ਆਗਿਆ ਕੀਤੀ ਹੈ, ਥੜਾ ਸਾਜਿਆ ਜਾਵੇ, ਬੁੱਢਾ ਔਰ ਗੁਰਦਾਸ ਬਣਾਇਓ। ਕੇਵਲ 2 ਗੁਰਸਿੱਖਾਂ ਨੇ ਤੇ ਹਜੂਰ ਨੇ ਰਲ ਕੇ ਤਖਤ ਬਣਾਇਆ ਹੈ, ਹੋਰ ਕਿਸੇ ਨੂੰ ਇਸ ਸੇਵਾ ਵਿੱਚ ਨਹੀਂ ਹਜੂਰ ਨੇ ਲੱਗਣ ਦਿੱਤਾ। ਉਸ ਤੋਂ ਉਪਰੰਤ ਜਿਸ ਤਰ੍ਹਾਂ ਉਹ ਦਿਨ ਆਉਂਦਾ ਹੈ ਜਿਹੜਾ ਗੁਰਸਿੱਖਾਂ ਨੇ ਨੀਅਤ ਕੀਤਾ ਹੈ, ਆਓ ਸਾਧ ਸੰਗਤ ਜੀ ਆਪਾਂ ਵੀ ਉੱਥੇ ਚੱਲੀਏ, ਹਜੂਰ ਦੇ ਦਰਸ਼ਨ ਦਿਦਾਰੇ ਕਰੀਏ। ਹਜੂਰ ਆਪਣਾ ਸਪਰਸ਼ ਦੇ ਦਿੰਦੇ ਹਨ। ਆਖੋ ਦੋਨੋਂ ਹੱਥ ਜੋੜ ਕੇ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ ਮਿਲੇ ਆਪਸ ਮੇਂ ਸੁਜਤ ਉਚਾਰੈ। ਸਿੱਖ ਸੰਗਤਾਂ ਜਦੋਂ ਪਤਾ ਲੱਗਾ ਹੈ ਹਜੂਰ ਨੇ ਤਖਤ ਤੇ ਸੱਜਣਾ ਹੈ ਅੱਜ ਦੇ ਦਿਨ, ਮਹਾਰਾਜ ਜੀਆਂ ਦਾ ਜਸ ਸੰਗਤਾਂ ਗਾਉਂਦੀਆਂ ਹਨ, ਮਣਾ ਹਜੂਰ ਕਿੰਨੇ ਸੋਹਣੇ ਲੱਗਣਗੇ। ਹਾਂਜੀ, ਤਰ ਸ਼ਰਦਾ ਗੁਰ ਦਰਸ ਨਿਹਾਰੈ। ਬੜੀ ਮਨ ਵਿੱਚ ਸ਼ਰਧਾ ਹੈ ਤੇ ਗੁਰੂ ਜੀਆਂ ਨੂੰ ਪਹਿਲਾਂ ਹੀ ਗੁਰਸਿੱਖ ਸੰਗਤਾਂ ਤੱਕ ਰਹੀਆਂ ਹਨ। ਸੁੰਦਰ ਢੀਲ ਸੁਸ਼ੀਲ ਉਚਾਰਤ। ਮਣਾ ਹਜੂਰ ਦਾ ਢੀਲ ਢੋਲ ਕਿੱਡਾ ਹੈ, ਮਹਾਰਾਜ ਜੀਆਂ ਦਾ ਸਰੀਰ ਕਿੱਡਾ ਹੈ। ਹਾਂਜੀ, ਆਯੁਧ ਪਹਿਰ ਮਹਾਦੁਤ ਧਾਰਤ। ਜਦੋਂ ਸ਼ਸਤਰ ਧਾਰਨ ਕਰਕੇ ਤਖਤ ਤੇ ਬੈਠਣਗੇ ਕੈਸੀ ਸੋਭਾ ਪਾਉਣਗੇ ਮਹਾਰਾਜ ਜੀ। ਇਹ ਗੁਰਸਿੱਖ ਮਨ ਵਿੱਚ ਵਿਚਾਰ ਕਰਦੇ ਹਨ। ਮਨ ਸਿੱਖਣ ਕੇ ਪ੍ਰੇਮ ਉਪਾਵੈ। ਮਨਾਂ ਦੇ ਸਿੱਖਾਂ ਦੇ ਮਨਾਂ ਦੇ ਵਿੱਚ ਹਜੂਰ ਦਾ ਪ੍ਰੇਮ ਕਿੰਨਾ ਵੱਧ ਜਾਵੇਗਾ। ਮਣਾ ਕਿੰਨੇ ਸੋਹਣੇ ਸਤਿਗੁਰ ਜੀ ਲੱਗਣਗੇ। ਵਿਕਸਤ ਮੰਦ ਮੰਦ ਦਰਸਾਵੈ। ਜਦੋਂ ਮੰਦ ਮੰਦ ਥੋੜਾ ਥੋੜਾ ਮੁਖ ਤੋਂ ਹੱਸਣਗੇ ਤੇ ਅੰਮ੍ਰਿਤ ਦ੍ਰਿਸ਼ਟੀ ਸਿੱਖਾਂ ਤੇ ਪਾਉਣਗੇ। ਸਭ ਚਾਹਤ ਦਿਨ ਹੋਏ ਸੋਨੀਕਾ। ਸਾਰੇ ਗੁਰਸਿੱਖ ਚਾਹੁੰਦੇ ਹਨ ਉਹ ਦਿਨ ਜੋ ਬੜਾ ਸੁੰਦਰ ਹੈ ਛੇਤੀ ਹੀ ਆ ਜਾਵੇ। ਬੈਠ ਗੁਰੂ ਨਿਕਸਾਵਹਿ ਟੀਕਾ। ਜਦੋਂ ਗੁਰੂ ਸਾਹਿਬ ਜੀ ਤਖਤ ਤੇ ਬਿਰਾਜਮਾਨ ਹੋਣਗੇ ਤੇ ਗੁਰਤਾ ਗੱਦੀ ਦਾ ਤਿਲਕ ਕੱਢਿਆ ਜਾਵੇਗਾ। ਸ਼ਸਤਰ ਸਜਾਏ ਬਿਰਾਜਹਿ ਖਰੇ। ਜਿਸ ਸਮੇਂ ਸ਼ਸਤਰ ਸਜਾ ਕੇ ਤਖਤ ਤੇ ਹਜੂਰ ਬਿਰਾਜਣਗੇ। ਦੁਸ਼ਟ ਜੇ ਦੋਖੀ ਗਣ ਕੋ ਹਰੇ। ਜਿਹੜੇ ਦੁਸ਼ਟ ਤੇ ਦੋਖੀ ਹਨ ਇਹਨਾਂ ਦੇ ਸਮੂਹ ਨੂੰ ਮਹਾਰਾਜ ਜੀ ਦਲ ਦੇਣਗੇ। ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ। ਜ਼ਿਕਰ ਆਉਂਦਾ ਹੈ 5 ਪਿਆਲੇ 5 ਪੀਰ,
ਪਹਿਲੇ ਸਤਿਗੁਰਾਂ ਨੇ ਜਿਸ ਤਰ੍ਹਾਂ 5 ਪਿਆਲੇ ਪੀਤੇ ਹਨ, ਦਇਆ ਧਰਮ ਸਰਬ, ਇਸ ਤਰ੍ਹਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਸਬਰ ਦੇ ਇਤਿਆਦਿਕ, ਪਰ 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਭਾਰੀ ਸਤਿਗੁਰ ਜੀ 6ਵੇਂ ਪਾਤਸ਼ਾਹ 20 ਰਸ ਦਾ ਪਿਆਲਾ ਪੀ ਕੇ ਸਤਿਗੁਰ ਜੀ ਤਖਤ ਤੇ ਸੱਜੇ ਹਨ। ਦੋਹਰਾ ਸਿੱਖਣ ਵਿਖੇ ਆਨੰਦਤਾ, ਜਿਮ ਰਿਵਤੇ ਅਰਬਿੰਦ। ਸਿੱਖਾਂ ਦੇ ਮਨ ਵਿੱਚ ਭਾਰੀ ਆਨੰਦ ਹੈ, ਜਿੱਦਾਂ ਕਮਲ ਫੁੱਲ ਸੂਰਜ ਨੂੰ ਦੇਖ ਕੇ ਖਿੜ ਜਾਂਦਾ ਹੈ। ਕਿਆ ਕਰ ਹੈ ਕਿਮ ਹੋਏ ਹੈ, ਚਿੰਤ ਮਸੰਦ ਬਿਲਿੰਦ। ਤੇ ਇਧਰ ਮਸੰਦਾਂ ਦੇ ਮਨ ਵਿੱਚ ਚਿੰਤਾ ਹੈ, ਕਮਜ਼ੋਰ ਦਿਲਾਂ ਵਾਲਿਆਂ ਦੇ ਮਾਨੋ ਕਿ ਬੁਖਾਰ ਹੀ ਚੜ ਗਿਆ ਹੈ। ਕਹਿੰਦੇ ਹਨ ਕੀ ਹੋਵੇਗਾ, ਹਜੂਰ ਸ਼ਸਤਰ ਧਾਰਨ ਕਰਕੇ ਹੁਣ ਤਖਤ ਤੇ ਬੈਠਣਗੇ, ਭਾਵ ਇਹਨਾਂ ਨੂੰ ਡਰ ਪੈ ਗਿਆ ਹੈ। ਦੋਹਰਾ ਦਿਵਸ ਪ੍ਰਤੀਖਤ ਆਏਗੋ, 10ਵੀਂ ਆਦਤ ਵਾਰ। ਉਹ ਜੋ ਦਿਨ ਨੂੰ ਪ੍ਰਤੀਖ ਰਹੇ ਹਨ ਗੁਰਸਿੱਖ, ਆ ਗਿਆ ਹੈ ਉਹ ਹਾੜ ਸੁਦੀ 10ਵੀਂ ਐਤਵਾਰ ਦਾ ਪਵਿੱਤਰ ਦਿਹਾੜਾ। ਗਨ ਮਸੰਦ ਕਰ ਸ਼ਿਗਰਤਾ, ਸੰਗਤ ਸੰਗ ਹਜ਼ਾਰ। ਜਿਹੜੇ ਹਜੂਰ ਨੇ ਸਾਧ ਸੰਗਤ ਜੀ, ਸੰਗਤਾਂ ਦੇ ਵਿੱਚ ਮਹਾਰਾਜ ਜੀਆਂ ਨੇ ਹੁਕਮਨਾਮੇ ਸਾਹਿਬ ਭੇਜੇ ਸੀ ਮਸੰਦਾਂ ਨੂੰ ਕਿ ਸੰਗਤ ਆਵੇ, ਸ਼ਸਤਰ ਤੇ ਘੋੜੇ ਲੈ ਕੇ ਆਉਣ। ਬੜੀ ਸਿੰਗਰਤਾ ਦੇ ਨਾਲ, ਤੇਜ਼ੀ ਨਾਲ ਹਜ਼ਾਰਾਂ ਹੀ ਸੰਗਤਾਂ ਦਾ ਇਕੱਠ ਹੋਇਆ ਹੈ। ਆਪਈ ਚਲੋ ਪਿਖੈ ਉਤਸਾਹੋ ਵਿਸਾਲਾ। ਜਿਸ ਤਰ੍ਹਾਂ ਸਾਧ ਸੰਗਤ ਜੀ ਫਿਰ ਅੱਗੇ ਜਿਸ ਤਰ੍ਹਾਂ ਹਜੂਰ ਦਾ ਇਤਿਹਾਸ ਆਵੇਗਾ, ਜਿਸ ਤਰ੍ਹਾਂ ਗੁਰਸਿੱਖ ਸੰਗਤਾਂ ਦੇ ਮਨ ਵਿੱਚ ਉਤਸ਼ਾਹ ਹੈ, ਚਲੋ ਪਿਖੈ ਮਹਾਰਾਜ ਜੀਆਂ ਦੇ ਦਰਸ਼ਨ ਕਰੀਏ। ਇਹ ਸਾਧ ਸੰਗਤ ਜੀ ਜੋ ਸ਼ਸਤਰ ਧਾਰਨ ਕਰਨੇ ਹਨ, ਬਾਜਾਂ ਵਾਲੇ ਪਿਤਾ ਜੀਆਂ ਨੇ ਬਚਨ ਹਨ ਕਿ ਯਾ ਤੇ ਸਰਬ ਖਾਲਸਾ ਸੁਣੀਐ, ਆਯੁਧ ਧਰਬੈ ਉੱਤਮ ਗੁਣੀਐ। ਮਹਾਰਾਜ ਜੀ ਕਹਿੰਦੇ ਹਨ ਸਾਰਾ ਖਾਲਸਾ ਪੰਥ ਸੁਣਨਾ ਕਰੇ, ਸ਼ਸਤਰ ਧਾਰਨ ਕਰਨਾ ਖਾਲਸੇ ਦੇ ਵਿੱਚ ਉੱਤਮ ਗੁਣ ਹੈ। ਜੇ ਆਪਾਂ ਕਹੀਏ ਕਿ ਨਹੀਂ ਜੀ ਸ਼ਸਤਰ ਨਹੀਂ ਧਾਰਨ ਕਰਨੇ ਚਾਹੀਦੇ, ਹਜੂਰ ਤੋਂ ਜ਼ਿਆਦੇ ਸਿਆਣੇ ਹੋ ਗਏ ਆ। ਮਹਾਰਾਜ ਜੀ ਜਦੋਂ ਕਹਿ ਰਹੇ ਹਨ ਉੱਤਮ ਗੁਣ ਹੈ, ਫਿਰ ਇਹ ਸਾਧ ਸੰਗਤ ਜੀ ਪਾਪਾਂ ਦਾ ਕਾਰਨ ਕਿਵੇਂ ਹੋ ਸਕਦਾ ਹੈ। ਹਜੂਰ ਆਪਣੀ ਗੁਰਬਾਣੀ ਵਿੱਚ ਉਚਾਰਨ ਕਰਦੇ ਹਨ, ਨਮਸਕਾਰ ਸ੍ਰੀ ਖੜਗ ਕੋ ਕਰੋ ਸੋ ਹਿਤ ਚਿਤ ਲਾਏ, ਪੂਰਨ ਕਰੋ ਗ੍ਰੰਥ ਇਹ ਤੁਮ ਮੋਹਿ ਕਰੋ ਸਹਾਏ। ਹਜੂਰ ਕਹਿੰਦੇ ਹਨ ਹੇ ਖੜਗ ਤੈਨੂੰ ਨਮਸਕਾਰ ਹੈ। ਇਸੇ ਤਰ੍ਹਾਂ ਹਜੂਰ ਕਹਿੰਦੇ ਹਨ ਖੜਗ ਕੇਤ ਮੈਂ ਸਰਣ ਤਿਹਾਰੀ, ਹੇ ਕਿਰਪਾਨ ਧਾਰਨ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੀ ਸ਼ਰਨ ਵਿੱਚ ਹਾਂ। ਇਤਿਆਦਿਕ ਹਜੂਰ ਦੇ ਬੇਅੰਤ ਬਚਨ ਆਉਂਦੇ ਹਨ, ਤੀਰ ਤੁਹੀ ਸੈਥੀ ਤੁਹੀ, ਤੁਹੀ ਤਬਰ ਤਰਵਾਰ। ਅਕਾਲ ਪੁਰਖ ਵਾਹਿਗੁਰੂ ਜੀ ਤੁਹੀ ਤੀਰ ਹੈ, ਤੁਹੀ ਸੈਥੀ ਹੈ, ਤੁਹੀ ਤਰਵਾਰ। ਜੋ ਸਾਧ ਸੰਗਤ ਜੀ ਤਰ ਭਾਵ ਥਰੜੇ ਤੋਂ ਉੱਪਰਲੇ ਹਿੱਸੇ ਨੂੰ ਲੱਗ ਕਰ ਦਿੰਦੀ ਹੈ ਤਲਵਾਰ। ਮਹਾਰਾਜ ਜੀ ਕਹਿੰਦੇ ਹਨ ਨਾਮ ਤਿਹਾਰੋ ਜੋ ਜਪੈ, ਭਏ ਸਿੰਧ ਭਵ ਪਾਰ। ਜੋ ਤੇਰਾ ਨਾਮ ਜਪਦਾ ਹੈ, ਸ੍ਰੀ ਸਾਹਿਬ ਤੇਰੀ ਪੂਜਾ ਕਰਦਾ ਹੈ, ਸੰਸਾਰ ਤੋਂ ਪਾਰ ਹੋ ਜਾਂਦਾ ਹੈ। ਫਿਰ ਹਜੂਰ ਨੇ ਕਿਹਾ ਹੈ ਸੈਫ ਸਰੋਹੀ ਸਹਿਥੀ, ਯਹ ਹਮਾਰਾ ਪੀਰ। ਮਹਾਰਾਜ ਜੀ ਕਹਿੰਦੇ ਹਨ ਸੈਫ ਜੋ ਸਾਧ ਸੰਗਤ ਜੀ ਇੱਕ ਸਿੱਧਾ ਸ਼ਸਤਰ ਹੁੰਦਾ ਹੈ, ਫਿਰ ਸਰੋਹੀ ਦੇਸ਼ ਰਾਜਸਥਾਨ ਦੀ ਬਣੀ ਹੋਈ ਸਹਿਥੀ ਜਿਹੜੀ ਸਾਧ ਸੰਗਤ ਜੀ ਸਲੋਤਰ ਨੂੰ ਕਹਿੰਦੇ ਹਨ। ਜਿੱਦਾਂ ਖੰਡਾ 2 ਧਾਰਾ ਹੁੰਦਾ ਹੈ, 2 ਜਗ੍ਹਾ 2 ਦਿਸ਼ਾਵਾਂ ਵੱਲ ਵਾਰ ਕਰਦਾ ਹੈ, ਸ੍ਰੀ ਸਾਹਿਬ ਇੱਕ ਦਿਸ਼ਾ ਨੂੰ ਵਾਰ ਕਰਦੀ ਹੈ, ਡੰਡਾ ਤਾਂ 100 ਦਿਸ਼ਾ ਨੂੰ ਚੱਲਦਾ ਹੈ। ਹਜੂਰ ਕਹਿੰਦੇ ਹਨ ਸੈਫ ਸਰੋਹੀ ਸਹਿਥੀ ਯਹ ਹਮਾਰਾ ਪੀਰ। ਫਿਰ ਹਜੂਰ ਨੂੰ ਕਿਹਾ ਹੈ ਮਹਾਰਾਜ ਜੀ ਤੁਸੀਂ ਕਾਲੀ ਦਾ ਜ਼ਿਕਰ ਕੀਤਾ ਹੈ ਬਾਣੀ ਵਿੱਚ। ਹਜੂਰ ਫਰਮਾਉਂਦੇ ਹਨ ਕਾਲ ਤੁਹੀ ਕਾਲੀ ਤੁਹੀ, ਤੁਹੀ ਤੀਰ ਤੁਪਕ ਅਰ ਤੀਰ, ਤੁਹੀ ਨਿਸ਼ਾਨੀ ਜੀਤ ਕੀ, ਆਜ ਤੁਹੀ ਜਗ ਵੀਰ। ਮਹਾਰਾਜ ਜੀ ਕਹਿੰਦੇ ਹਨ ਤੁਹੀ ਕਾਲੀ ਹੈ, ਤੁਹੀ ਕਾਲ ਹੈ। ਇਤਿਆਦਿਕ ਗੁਰਸਿੱਖਾਂ ਨੂੰ ਭਰਮਾਇਆ ਜਾਂਦਾ ਹੈ। ਹਜੂਰ ਨੇ ਗੁਰਬਾਣੀ ਵਿੱਚ ਭਵਾਨੀ ਦਾ ਜ਼ਿਕਰ ਕੀਤਾ ਹੈ। ਭਵਾਨੀ ਤੋਂ ਅਰਥ ਹੁੰਦਾ ਹੈ ਭਵ ਸੰਸਾਰ ਆਨੀ,
ਜਿੰਦੇ ਦੁਆਰਾ ਸੰਸਾਰ ਪੈਦਾ ਹੋ ਰਿਹਾ ਹੈ, ਅਕਾਲ ਪੁਰਖ ਵਾਹਿਗੁਰੂ ਹਜੂਰ ਨੇ ਸ਼ਸਤਰ ਨਾਮ ਮਾਲਾ ਪ੍ਰਚੰਡ ਬਾਣੀ ਮਹਾਰਾਜ ਜੀਆਂ ਨੇ ਰਚੀ ਹੈ। ਐਸੇ ਮਹਾਰਾਜ ਜੀ ਉਚਾਰਨ ਕਰਦੇ ਹਨ। ਜਦੋਂ ਹਜੂਰ ਪਸਤੌਲ ਦਾ ਜ਼ਿਕਰ ਕਰਦੇ ਹਨ, ਕਈ ਨਾਮ ਪਸਤੌਲ ਦੇ ਹਜੂਰ ਕਹੀ ਜਾਂਦੇ ਹਨ। ਮਹਾਰਾਜ ਜੀ ਕਹਿੰਦੇ ਹਨ ਨਮਸਕਾਰਣੀ, ਭਾਵ ਜਦੋਂ ਮੱਥੇ 'ਚ ਵੱਜਦੀ ਹੈ ਕਿਸੇ ਦੇ, ਨਮਸਕਾਰ ਕਰਾ ਦਿੰਦੀ ਹੈ। ਫਿਰ ਹਜੂਰ ਨੇ ਸਾਧ ਸੰਗਤ ਜੀ ਐਸੀਆਂ ਤੋਪਾਂ ਦਾ ਜ਼ਿਕਰ ਕੀਤਾ ਹੈ ਆਪਣੀ ਬਾਣੀ ਦੇ ਵਿੱਚ, ਜਿਹਨੂੰ ਸੁਣ ਕੇ ਗਰਭਵਤੀ ਔਰਤ ਹੋਵੇ, ਬੱਚਾ ਹੋਵੇ, ਉਹਨਾਂ ਦੀ ਧਮਕ ਨਾਲ ਹੀ ਸਾਧ ਸੰਗਤ ਜੀ ਕੰਨਾਂ ਦੇ ਪਰਦੇ ਪਾੜ ਜਾਣ। ਐਸਾ ਮਹਾਰਾਜ ਜੀਆਂ ਨੇ ਆਪਣੀ ਅੰਮ੍ਰਿਤ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ। ਹਜੂਰ ਨੇ ਕਿਹਾ ਹੈ ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜਿੰਨੇ ਵੀ ਸ਼ਸਤਰਾਂ ਦੇ ਨਾਮ ਹਨ ਸਾਰਿਆਂ ਨੂੰ ਸਾਡੀ ਨਮਸਕਾਰ ਹੈ। ਜਿਤੇ ਅਸਤਰ ਭੇਅੰ ਨਮਸਕਾਰ ਤੇਅੰ। ਵੈਸੇ ਤਾਂ ਹਜੂਰ ਨੇ ਗੁਰਬਾਣੀ ਵਿੱਚ ਆਉਣ ਵਾਲੇ ਸ਼ਸਤਰਾਂ ਦਾ ਵੀ ਜ਼ਿਕਰ ਕੀਤਾ ਹੈ। ਹਜੂਰ ਪਸਤੌਲ ਇਤਿਆਦਿਕ ਸਭ ਅੱਗੇ ਆਉਣ ਵਾਲੇ ਸ਼ਸਤਰਾਂ ਦਾ ਜ਼ਿਕਰ ਕਰਦੇ ਹਨ, ਪਰ ਫਿਰ ਵੀ ਕਹਿੰਦੇ ਹਨ ਜਿਤੇ ਅਸਤਰ ਭੇਅੰ, ਭਵਿੱਖ ਵਿੱਚ ਜਿੰਨੇ ਵੀ ਹੋਰ ਅਸਤਰ ਆਉਣਗੇ ਉਹਨਾਂ ਨੂੰ ਵੀ ਸਾਡੀ ਨਮਸਕਾਰ ਹੈ। ਐਸੇ ਸਾਧ ਸੰਗਤ ਜੀ ਹਜੂਰ ਦੇ ਬਚਨ ਹਨ। ਹਜੂਰ ਉਚਾਰਨ ਕਰਦੇ ਹਨ ਤ੍ਰਿਭੰਗੀ ਛੰਦ, ਖਗ ਖੰਡ ਬੇਹੰਡੰਗ ਖਲਦਲ ਖੰਡੰਗ ਅਤਰਣ ਮੰਡੰਗ ਬਰਬੰਡੰਗ ਭੁਜ ਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਾਣ ਪ੍ਰਭੰਗ। ਇਹ ਸ੍ਰੀ ਸਾਹਿਬ ਦੀ ਮਹਾਰਾਜ ਜੀ ਉਸਤਤ ਕਰਦੇ ਹਨ। ਤੂੰ ਵੱਡੇ ਵੱਡੇ ਖਲਾਂ ਮੂਰਖਾਂ ਦੇ ਭਾਵ ਮੂੰਹ ਬੰਦ ਕਰ ਦੇਣ ਵਾਲੀ ਹੈ। ਭਾਣ ਭਾਵ ਕਹਿੰਦੇ ਹਨ ਹਜੂਰ ਪ੍ਰਭੰਗ, ਭਾਣ ਪ੍ਰਭੰਗ ਕਿ ਸੂਰਜ ਦੀ ਨਿਆਈ ਤੇਰਾ ਤੇਜ ਪ੍ਰਤਾਪ ਹੈ। ਸੁਖ ਸੰਤਾਂ ਕਰਨੰਗ ਦੁਰਮਤ ਦਰਣੰਗ ਕਿਲ ਬਿਖ ਹਰਣੰਗ ਅਸ ਸਰਣੰਗ। ਸੰਤਾਂ ਨੂੰ ਸੁਖ ਦੇਣ ਵਾਲੀ ਹੈ, ਪਾਪੀਆਂ ਦਾ ਨਾਸ਼ ਕਰ ਦੇਣ ਵਾਲੀ ਹੈ। ਐਸੇ ਹੀ ਸ੍ਰੀ ਸਾਹਿਬ ਜੋ ਤੇਰੀ ਸ਼ਰਨ ਵਿੱਚ ਆ ਜਾਂਦਾ ਹੈ। ਇੱਕ ਸਾਧ ਸੰਗਤ ਜੀ ਇਤਿਹਾਸ ਦੀ ਘਟਨਾ ਜ਼ਿਕਰ ਕਰਕੇ ਫਿਰ ਆਪਾਂ ਜਿਸ ਤਰ੍ਹਾਂ ਮਹਾਰਾਜ ਜੀਆਂ ਦਾ ਜ਼ਿਕਰ ਆਉਂਦਾ ਹੈ, ਜਿਸ ਸਮੇਂ ਬਹਾਦਰ ਸ਼ਾਹ ਬਾਦਸ਼ਾਹ ਦੇ ਨਾਲ ਹਜੂਰ ਗਏ ਹਨ, ਇੱਕ ਸਾਧ ਸੰਗਤ ਜੀ ਮਹਾਰਾਜ ਜੀਆਂ ਦੇ ਪਾਸ, ਜਿਸ ਤਰ੍ਹਾਂ ਬਹਾਦਰ ਸ਼ਾਹ ਦੇ ਨਾਲ ਕੋਈ ਕਾਜੀ ਸੀ, ਬੜੀ ਈਰਖਾ ਕਰਦਾ ਹੈ ਹਜੂਰ ਦੇ ਨਾਲ ਕਿ ਬਹਾਦਰ ਸ਼ਾਹ ਬਾਦਸ਼ਾਹ ਇਹਨਾਂ ਨੂੰ ਆਪਣੇ ਤੋਂ ਵੀ ਉੱਚੇ ਤਖਤ ਤੇ ਸਤਿਗੁਰਾਂ ਨੂੰ ਬਿਠਾਉਂਦਾ ਹੈ। ਇਹਨਾਂ ਸਤਿਗੁਰਾਂ ਨੇ ਤਾਂ ਸਭ ਸਾਡਾ ਰਾਜ ਹੀ ਨਾਸ਼ ਕਰ ਦਿੱਤਾ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਈਰਖਾ ਕਰਦਾ ਸੀ, ਹਜੂਰ ਨੂੰ ਆ ਕੇ ਕਹਿੰਦਾ ਹੈ, ਮਹਾਰਾਜ ਜੀਆਂ ਨੂੰ ਪੁੱਛਦਾ ਹੈ ਹਜੂਰ ਕੋਈ ਸ਼ਕਤੀ ਦਿਖਾਓ। ਹਜੂਰ ਨੇ ਕਿਹਾ ਹੈ ਦੇਖ ਬਹਾਦਰ ਸ਼ਾਹ ਤਖਤ ਤੇ ਬੈਠਾ ਹੈ, ਇਹ ਜੋ ਕਹਿ ਦਿੰਦਾ ਹੈ ਉਹੀ ਹੁੰਦਾ ਹੈ, ਦੇਖ ਇਹ ਸ਼ਕਤੀ ਹੈ। ਮਹਾਰਾਜ ਜੀਆਂ ਨੂੰ ਕਹਿੰਦਾ ਹੈ ਮਹਾਰਾਜ ਜੀ ਇਹ ਤਾਂ ਉਹਦੀ ਸ਼ਕਤੀ ਹੋਈ, ਤੁਸੀਂ ਕੋਈ ਸ਼ਕਤੀ ਦਿਖਾਓ। ਹਜੂਰ ਨੇ ਸਿੱਕਾ ਦਿਖਾਇਆ ਹੈ। ਮਹਾਰਾਜ ਜੀਆਂ ਨੇ ਕਿਹਾ ਹੈ ਦੇਖ ਇਸ ਸਿੱਕੇ ਦੀ ਸ਼ਕਤੀ ਹੈ, ਇਹ ਜੋ ਵੀ ਭਾਵ ਇਹਨੂੰ ਵਰਤੇਗਾ ਤੂੰ, ਤੈਨੂੰ ਇਹਦੇ ਬਾਬਤ ਕੋਈ ਧਨ ਆਦਿਕ ਮਿਲੇਗਾ। ਮਹਾਰਾਜ ਜੀ ਇਹ ਤਾਂ ਸਿੱਕੇ ਦੀ ਸ਼ਕਤੀ ਹੈ, ਆਪਣੀ ਸ਼ਕਤੀ ਦਿਖਾਓ। ਹਜੂਰ ਨੇ ਆਪਣੇ ਸ੍ਰੀ ਸਾਹਿਬ ਤੋਂ ਜਿਸ ਤਰ੍ਹਾਂ ਇਤਿਹਾਸ ਜ਼ਿਕਰ ਕਰਦਾ ਹੈ, ਮਹਾਰਾਜ ਜੀਆਂ ਦੀ ਲਿਸ਼ਕਦੀ ਹੋਈ ਸ੍ਰੀ ਸਾਹਿਬ ਬਾਹਰ ਕੱਢੀ ਹੈ ਹਜੂਰ ਨੇ। ਉਸੇ ਸਮੇਂ ਹੱਥ ਜੋੜ ਕੇ ਮਹਾਰਾਜ ਜੀਆਂ ਅੱਗੇ ਖੜਾ ਹੋ ਗਿਆ। ਹਜੂਰ ਦੀ ਲਿਸ਼ਕਦੀ ਹੋਈ ਸ੍ਰੀ ਸਾਹਿਬ ਮਹਾਰਾਜ ਜੀਆਂ ਨੇ ਕੱਢ ਕੇ ਆਖਿਆ ਦੇਖ ਇਹਦੀ ਇਹ ਸ਼ਕਤੀ ਹੈ, ਮੂਰਖਾਂ ਤੇ ਪਾਪੀਆਂ ਦੇ ਇਹ ਭਾਵ ਮੂੰਹ ਬੰਦ ਕਰ ਦਿੰਦੀ ਹੈ। ਉਸੇ ਸਮੇਂ ਚੁੱਪ ਹੋ ਗਿਆ ਉਹ ਕਾਜੀ। ਕਹਿੰਦਾ ਮਹਾਰਾਜ ਜੀ ਮੈਂ ਜਾਣ ਗਿਆ ਹਾਂ ਕਿ ਸ੍ਰੀ ਸਾਹਿਬ ਦੀ ਕੀ ਸ਼ਕਤੀ ਹੈ। ਇਹ ਸਾਧ ਸੰਗਤ ਜੀ ਜਿਨ੍ਹਾਂ ਦਾ ਰਾਜ ਹੁੰਦਾ ਹੈ, ਜਿਨ੍ਹਾਂ ਦੇ ਪਾਸ ਸ਼ਸਤਰ ਹੁੰਦੇ ਹਨ, ਸਾਰੇ ਉਹਨਾਂ ਦੀ ਗੱਲ ਸੁਣਦੇ ਹਨ, ਤਾਕਤ ਵਾਲਿਆਂ ਦੀ। ਹਜੂਰ ਤਾਂ ਸਾਧ ਸੰਗਤ ਜੀ ਧੁਰ ਤੋਂ ਹੀ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ, ਜਿਸ ਤਰ੍ਹਾਂ ਰਾਜ ਜੋਗ ਤਖਤ ਮਹਾਰਾਜ ਜੀ ਜਿਸ ਤਰ੍ਹਾਂ ਬਿਰਾਜੇ ਹਨ। ਅੱਜ ਸਾਧ ਸੰਗਤ ਜੀ ਮੀਰੀ ਪੀਰੀ ਦਾ ਦਿਵਸ ਜਿਸ ਤਰ੍ਹਾਂ ਅਤੇ ਸ਼ਹੀਦ ਭਾਈ ਮਣੀ ਸਿੰਘ ਜੀਆਂ ਦਾ ਸ਼ਹੀਦੀ ਦਿਹਾੜਾ ਹੈ। ਮਹਾਰਾਜ ਜੀਆਂ ਦੇ ਚਰਨਾਂ ਵਿੱਚ ਬੇਅੰਤ ਵਾਰ ਪ੍ਰਣਾਮ ਹੈ। ਐਸੇ ਸਿੰਘ ਮਹਾਰਾਜ ਜੀਆਂ ਨੇ ਸਾਜ ਦਿੱਤੇ ਹਨ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਮੱਛੀ ਦੀ ਪ੍ਰੀਤ ਨੂੰ ਉਹਨਾਂ ਨੇ ਫਿੱਕੇ ਪਾ ਦਿੱਤਾ ਹੈ। ਇੱਥੇ ਸਾਧ ਸੰਗਤ ਜੀ
ਅੱਜ ਮੀਰੀ ਪੀਰੀ ਦਿਵਸ ਸ਼ਸਤਰ ਧਾਰਨ ਦਿਵਸ ਦੇ ਸੰਬੰਧ ਦੇ ਵਿੱਚ ਜਿਸ ਤਰ੍ਹਾਂ ਕਥਾ ਸ਼ਰਵਣ ਆਪ ਜੀਆਂ ਨੇ ਕੀਤੀ ਹੈ, ਅੱਗੇ ਜਿਸ ਤਰ੍ਹਾਂ ਪ੍ਰਸੰਗ ਆਵੇਗਾ ਆਪਾਂ ਸ਼ਰਵਣ ਕਰਾਂਗੇ। ਹਜੂਰ ਦਾ ਜਸ ਗਾਉਂਦੇ ਹੋਏ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ। ਬਖਸ਼ ਦੇਣਾ ਅਰਦਾਸ ਕਰਨੀ ਮਹਾਰਾਜ ਜੀ ਬਲ ਬੁੱਧ ਸਮਰੱਥਾ ਬਖਸ਼ਣ। ਦੋ ਪੰਕਤੀਆਂ ਪੜ੍ਹ ਕੇ ਸਾਧ ਸੰਗਤ ਜੀ ਸਮਾਪਤੀ ਹੈ ਜੀ। ਦੋਹਰਾ ਦਿਵਸ ਪ੍ਰਤੀਖਤ ਆਏਗੋ, ਦਸਵੀਂ ਆਦਤ ਵਾਰ। ਗਨ ਮਸੰਦ ਕਰ ਸ਼ਿਗਰਤਾ, ਸੰਗਤ ਸੰਗ ਹਜ਼ਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਕਥਾ ਵਿਚਾਰ ਦੁਆਰਾ ਨਿਹਾਲ ਕਰ ਰਹੇ ਸਨ ਭਾਈ ਕਰਨਵੀਰ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਭਾਈ ਮਨਿੰਦਰ ਸਿੰਘ ਜੀ। ਗੁਰਮੁਖ ਪਿਆਰਿਆਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਗੁਰੂ ਕੇ ਇਤਿਹਾਸ